सो असीं लेवियां दी 23वें पाठ ते पहुंच चुके हैं। असीं पवित्र त्योहारां नूं देखदे पए हां, पवित्र त्योहार जिन्हां दे उत्ते प्रभु ने अपने लोकां नूं दस्सिया कि तुसीं इन्हां नूं किस तरीके दे नाल मनाउणा। पसाह दा त्योहार असीं देख चुके हैं। अखमीरी रोटी पसाह दा त्योहार कहण दा मतलब यानी कि सब तो पहला प्रभु ने सबत दे दिन नूं दस्सिया। ਆਪਾਂ ਦੁਬਾਰਾ पढ़ लेंगे इसलिए ਆਪਾਂ 1 ਤੋਂ ਲੈ ਕੇ आओ 14 आयत तक पढ़ी ਅਸੀਂ देख चुके हैं पिछली बारी, लेकिन let's start 1 ਤੋਂ 14 आयत 23वां पाठ। मैं पढ़ते पास हाँ जी। पवित्र त्योहार। प्रभु ने मूसा ਨੂੰ ਕਿਹਾ, ਤੂੰ ਇਜ਼ਰਾਈਲੀ ਲੋਕਾਂ ਨੂੰ ਮੇਰੇ ਠਹਿਰਾਏ ਹੋਏ ਇਹਨਾਂ ਪਵਿੱਤਰ ਤਿਉਹਾਰਾਂ ਦੇ ਬਾਰੇ ਦੱਸ। ਤੁਸੀਂ 6 ਦਿਨ ਕੰਮ ਧੰਦਾ ਕਰਨਾ, ਪਰ 7ਵਾਂ ਦਿਨ ਸਬਤ ਅਰਥਾਤ ਪਵਿੱਤਰ ਆਰਾਮ ਦਾ ਦਿਨ ਹੈ। ਇਹ ਪਵਿੱਤਰ ਇਕੱਠ ਦਾ ਦਿਨ ਹੈ, ਇਸ ਲਈ ਇਸ ਦਿਨ ਤੁਸੀਂ ਕੋਈ ਕੰਮ ਨਾ ਕਰਨਾ। ਇਸ ਦਿਨ ਤੁਸੀਂ ਹਰ ਥਾਂ ਪ੍ਰਭੂ ਨੂੰ ਸਬਤ ਕਰਕੇ ਮਨਾਉਣਾ। ਇਹਨਾਂ ਤਿਉਹਾਰਾਂ ਬਾਰੇ ਤੂੰ ਸਭ ਲੋਕਾਂ ਨੂੰ ਦੱਸ। ਪਸਾਹ ਅਤੇ ਖਮੀਰੀ ਰੋਟੀ ਦਾ ਤਿਉਹਾਰ। ਪਹਿਲੇ ਮਹੀਨੇ ਦੇ 14ਵੇਂ ਦਿਨ ਦੀਆਂ ਤਰਕਾਲਾਂ ਦੇ ਸਮੇਂ ਤੁਸੀਂ ਪ੍ਰਭੂ ਦੇ ਪਸਾਹ ਦਾ ਤਿਉਹਾਰ ਮਨਾਉਣਾ। ਉਸੇ ਮਹੀਨੇ ਦੇ 15ਵੇਂ ਦਿਨ ਤੁਸੀਂ ਅਖਮੀਰੀ ਰੋਟੀ ਦਾ ਤਿਉਹਾਰ ਮਨਾਉਣਾ। 7 ਦਿਨਾਂ ਤੱਕ ਤੁਸੀਂ ਅਖਮੀਰੀ ਰੋਟੀ ਖਾਣਾ। ਇਹਨਾਂ ਦਿਨਾਂ ਵਿੱਚ ਪਹਿਲੇ ਦਿਨ ਤੁਸੀਂ ਪਵਿੱਤਰ ਇਕੱਠ ਕਰਨਾ। ਉਸ ਦਿਨ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਾ ਕਰਨਾ, ਪਰ ਇਹਨਾਂ 7 ਦਿਨਾਂ ਵਿੱਚ ਹੀ ਤੁਸੀਂ ਅੱਗ ਦੁਆਰਾ ਪ੍ਰਭੂ ਅੱਗੇ ਬਲੀ ਚੜਾਉਣਾ। 7ਵੇਂ ਦਿਨ ਫਿਰ ਪਵਿੱਤਰ ਇਕੱਠ ਕਰਨਾ ਅਤੇ ਉਸ ਦਿਨ ਵੀ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਾ ਕਰਨਾ। ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਤੂੰ ਇਜ਼ਰਾਈਲੀ ਲੋਕਾਂ ਨੂੰ ਕਹਿ ਕਿ ਜਦੋਂ ਉਸ ਧਰਤੀ ਉੱਤੇ ਪਹੁੰਚ ਜਾਣ ਜੋ ਮੈਂ ਉਹਨਾਂ ਨੂੰ ਦੇਣ ਵਾਲਾ ਹਾਂ, ਤਾਂ ਉੱਥੇ ਜਦੋਂ ਆਪਣੀ ਫਸਲ ਦੇ ਪਹਿਲੇ ਫਲ ਦਾ ਪੂਲਾ ਤੁਸੀਂ ਪੁਰੋਹਿਤ ਕੋਲ ਲੈ ਕੇ ਆਵੋ, ਤਾਂ ਪੁਰੋਹਿਤ ਸਬਤ ਤੋਂ ਅਗਲੇ ਦਿਨ ਇਹ ਪੂਲਾ ਪ੍ਰਭੂ ਦੇ ਅੱਗੇ ਹਿਲਾ ਕੇ ਚੜਾਵੇ ਅਤੇ ਪ੍ਰਭੂ ਤੁਹਾਨੂੰ ਸਵੀਕਾਰ ਕਰੇਗਾ। ਉਸੇ ਦਿਨ ਤੁਸੀਂ ਹੋਮ ਬਲੀ ਦੇ ਤੌਰ ਤੇ ਇੱਕ ਬਜ ਰਹਿਤ 1 ਸਾਲ ਦਾ ਲੇਲਾ ਵੀ ਪ੍ਰਭੂ ਅੱਗੇ ਭੇਟ ਕਰਨਾ। ਇਸ ਦੇ ਨਾਲ ਹੀ ਕੋਈ 2 ਕਿਲੋ ਮੈਦਾ ਤੇਲ ਵਿੱਚ ਮਿਲਿਆ ਅਨਾਜ ਦੀ ਭੇਟ ਦੇ ਰੂਪ ਦੇ ਵਿੱਚ ਤੇ ਕੋਈ 1 ਲੀਟਰ ਦਾਖਸਾਰ ਪ੍ਰਭੂ ਦੇ ਅੱਗੇ ਪੀਣ ਦੀ ਭੇਟ ਕਰਕੇ ਚੜਾਉਣਾ। ਤੁਸੀਂ ਆਪਣੀ ਨਵੀਂ ਫਸਲ ਦੇ ਫਲ ਕਿਸੇ ਰੂਪ ਵਿੱਚ ਵੀ ਕੱਚਾ ਜਾਂ ਪੱਕਾ ਉਸ ਵਿੱਚੋਂ ਨਾ ਖਾਣਾ, ਜਦੋਂ ਤੱਕ ਕਿ ਇਹ ਪ੍ਰਭੂ ਦੇ ਸਾਹਮਣੇ ਪਹਿਲਾਂ ਭੇਂਟ ਨਾ ਹੋ ਚੁੱਕੇ। ਇਸ ਵਿਧੀ ਦੀ ਤੁਸੀਂ ਪੀੜ੍ਹੀਓਂ ਪੀੜ੍ਹੀ ਪਾਲਣਾ ਕਰਨਾ। ਆਮੀਨ। ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖੋ ਇੱਕ ਚੀਜ਼ ਹੈਗੀ ਕਿ ਅਗਰ ਅਸੀਂ ਇੱਕ ਚੀਜ਼ ਜਿਹੜੀ ਮੈਂ ਨੋਟ ਕੀਤੀ ਆ ਔਰ ਕਿਸ ਤਰ੍ਹਾਂ ਸਿਸਟਰ ਨੇ ਬਿਲਕੁਲ ਉਸ ਚੀਜ਼ ਨੂੰ ਸਹੀ ਪੜ੍ਹਿਆ, ਜਿਸ ਲਈ ਅਸੀਂ 12 ਆਇਤ ਤੇ ਆਉਂਦੇ ਹਾਂ। ਉੱਥੇ ਇੱਕ ਮਿਸਟੇਕ, ਇੱਕ ਉੱਥੇ ਬਜ ਰਹਿਤ ਹੋਣਾ ਚਾਹੀਦਾ, ਉੱਥੇ ਬਾਜ ਰਹਿਤ ਲਿਖ ਦਿੱਤਾ। ਅਗਰ ਅਸੀਂ ਪਿੱਛੋਂ ਨਾ ਪੜ੍ਹਦੇ ਆਉਂਦੇ ਹੁੰਦੇ ਤਾਂ ਇਸ ਨੂੰ ਬਾਜ ਰਹਿਤ ਪੜ੍ਹਨਾ ਸੀ। ਔਰ ਦੇਖੋ ਕਿੱਦਾਂ, ਕਿਉਂਕਿ ਅਸੀਂ ਲਗਾਤਾਰ ਪਿੱਛੋਂ ਪੜ੍ਹਦੇ ਆ ਰਹੇ ਹਾਂ, ਇਸ ਮਿਸਟੇਕ ਨੂੰ ਅਸੀਂ ਕਿੱਦਾਂ ਪੜ੍ਹਨ ਵਾਲੇ ਨੇ ਨਾਲ ਹੀ ਸਮਝ ਲਿਆ। ਔਰ ਇਹ ਪ੍ਰਭੂ ਦੇ ਵਚਨ ਨੂੰ ਲਗਾਤਾਰ ਪੜ੍ਹਨ ਦੀ ਬਰਕਤ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਅਸੀਂ ਆਪਣੇ ਆਪ ਸਾਡਾ ਜਿਹੜਾ ਇੰਟੈਲੈਕਟ ਠੀਕ ਕਰ ਦਿੰਦੀ। ਸੋ ਇਸ ਸੱਚ ਅ ਬਲੈਸਿੰਗ। ਐਨੀਹਾਉ ਅਸੀਂ ਇੱਥੇ 2 ਚੀਜ਼ਾਂ ਦੇਖਦੇ ਹਾਂ ਕਿ ਜਿਹੜਾ ਪ੍ਰਭੂ ਦੇ ਘਰ ਅਸੀਂ ਇਕੱਠੇ ਹੁੰਦੇ ਹਾਂ, ਬੇਸ਼ੱਕ ਅਸੀਂ ਸੈਟਰਡੇ ਇਕੱਠੇ ਹੋਈਏ ਜਾਂ ਸੰਡੇ ਇਕੱਠੇ ਹੋਈਏ, ਉਹ ਇੱਕ ਦਿਨ ਅਸੀਂ ਪ੍ਰਭੂ ਦੇ ਲਈ ਵੱਖਰਾ ਰੱਖਿਆ ਆ। ਉਸ ਦਿਨ ਨੂੰ ਵੀ ਇੱਕ ਤਿਉਹਾਰ ਕਿਹਾ ਗਿਆ, ਸਬਤ ਨੂੰ ਵੀ ਇੱਕ ਤਿਉਹਾਰ ਕਿਹਾ, ਸਬਤ ਦੇ ਦਿਨ ਦੇ ਆਰਾਮ ਨੂੰ ਵੀ ਇੱਕ ਤਿਉਹਾਰ ਕਿਹਾ ਗਿਆ। ਜਦੋਂ ਅਸੀਂ ਪ੍ਰਭੂ ਦੇ ਘਰ ਜਾਂਦੇ ਹਾਂ, ਉੱਥੇ ਅਸੀਂ ਇਕੱਠੇ ਹੁੰਦੇ ਹਾਂ, ਮਿਲਦੇ ਜੁਲਦੇ ਹਾਂ ਔਰ ਅਸੀਂ ਪ੍ਰਭੂ ਦੇ ਵਿੱਚ ਉਸ ਤਰੀਕੇ ਦੇ ਨਾਲ ਇੱਕ ਕਮਿਊਨਿਟੀ ਦੇ ਵਿੱਚ ਅੱਗੇ ਵਧਦੇ। ਬਾਈਬਲ ਸਟੱਡੀਆਂ ਅਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ, ਪਰ ਉਹ ਬਹੁਤ ਜ਼ਰੂਰੀ ਹੈ। ਜਿਹੜਾ ਅਸੀਂ ਪ੍ਰਭੂ ਦੇ ਨਾਲ, ਪ੍ਰਭੂ ਦੇ ਲੋਕ, ਪ੍ਰਭੂ ਦਾ ਜਿਹੜਾ ਸਰੀਰ ਆ, ਭਾਵੇਂ ਉਹ 10 ਮੈਂਬਰ ਆ ਤੇ ਭਾਵੇਂ ਉਹ 1000 ਮੈਂਬਰ ਤੇ ਭਾਵੇਂ ਉਹ 5000 ਮੈਂਬਰ, ਸਰੀਰ ਤਾਂ ਵੀ ਇੱਕੋ ਹੀ। ਔਰ ਜਿਸ ਲਈ ਪ੍ਰਭੂ ਦਾ ਸਰੀਰ ਇਕੱਠਾ ਹੁੰਦਾ, ਉਸ ਦਾ ਸਾਨੂੰ ਹੁਕਮ ਦਿੱਤਾ ਗਿਆ, ਉਸ ਦਾ ਸਾਨੂੰ ਹੁਕਮ ਦਿੱਤਾ ਕਿ ਅਸੀਂ ਇਕੱਠੇ ਹੋਈਏ। ਔਰ ਉਸ ਤੋਂ ਬਾਅਦ ਜਿਹੜਾ ਅਗਲਾ ਹੁਕਮ ਆ ਉਹ ਪ੍ਰਭੂ ਦੇ
ਪਸਾਹ ਦੀ ਤਿਉਹਾਰ ਦੀ ਪਸਾਹ ਦਾ ਤਿਉਹਾਰ ਜਿਹੜਾ ਉਹ 7 ਦਿਨ ਮਨਾਉਂਦੇ ਸੀ। ਔਰ ਅਸੀਂ ਵੀ ਇਸ ਤਿਉਹਾਰ ਨੂੰ ਮਨਾਉਂਦੇ ਹਾਂ। ਅਸੀਂ ਇਸ ਨੂੰ ਗੁੱਡ ਫਰਾਈਡੇ ਤੇ ਈਸਟਰ ਕਰਕੇ ਮਨਾਉਂਦੇ ਹਾਂ। ਔਰ ਜਿਹੜਾ ਸਾਡਾ ਈਸਟਰ ਦਾ ਜਿਹੜਾ ਤਿਉਹਾਰ ਆ ਉਹ ਪਹਿਲੇ ਫਲ ਦਾ ਤਿਉਹਾਰ ਕਿਹਾ ਜਾਂਦਾ ਤੇ ਮੁਰਦਿਆਂ ਦੇ ਵਿੱਚੋਂ ਸਭ ਤੋਂ ਪਹਿਲਾ ਜੀ ਉੱਠੂਗਾ। ਉਠਾਏ ਬਥੇਰੇ ਗਏ ਆ, ਜਿਉਂਦੇ ਉਠਾਏ ਗਏ ਆ ਪ੍ਰਭੂ ਦੇ ਸ਼ਬਦ ਦੇ ਵਿੱਚ, ਪਰ ਮੁਰਦਿਆਂ ਦੇ ਵਿੱਚੋਂ ਜਿਹੜਾ ਜੀ ਉੱਠਿਆ ਉਹਨਾਂ ਦੇ ਵਿੱਚੋਂ ਪਹਿਲ ਯਿਸੂ ਮਸੀਹ ਮੰਨੀ ਜਾਂਦੀ ਹੈ। ਔਰ ਉਹ ਉਸ ਨੂੰ ਪਹਿਲਾ ਫਲ ਕਰਕੇ ਅਸੀਂ ਮਨਾਉਂਦੇ ਹਾਂ। ਈਸਟਰ ਦਾ ਜਿਹੜਾ ਮੇਨ ਪਰਪਸ ਆ, ਇਹ 2 ਤਿਉਹਾਰ ਸਾਡੇ ਉੱਥੇ ਪੂਰੇ ਹੋ ਜਾਂਦੇ ਆ। ਔਰ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਦੱਸਿਆ ਸੀ ਕਿ ਤੁਸੀਂ ਅਖਮੀਰੀ ਰੋਟੀ ਖਾਣੀ ਆ, ਤੁਸੀਂ ਪਸਾਹ ਦਾ ਤਿਉਹਾਰ ਇਸ ਤਰੀਕੇ ਦੇ ਨਾਲ ਮਨਾਉਣਾ, ਅਸੀਂ ਉਹ ਸਾਰੀਆਂ ਚੀਜ਼ਾਂ ਦੇਖਦੇ ਪਏ ਹਾਂ। ਪ੍ਰਭੂ ਯਿਸੂ ਮਸੀਹ ਨੇ ਪਸਾਹ ਦਾ ਤਿਉਹਾਰ ਮਨਾਇਆ। ਔਰ ਉਸ ਤੋਂ ਬਾਅਦ ਜਿਸ ਲਈ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੀ ਮੌਤ ਦਿੱਤੀ ਗਈ ਆ, ਜਿਸ ਲਈ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ, ਕਿ ਉਹ ਬੀਜ ਜਿਹੜਾ ਸਰੀਰ ਇੱਕ ਬੀਜ ਆ ਜਿਹੜਾ ਬੀਜਿਆ ਗਿਆ, ਔਰ ਯਿਸੂ ਮਸੀਹ ਜਿਸ ਲਈ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਤਾਂ ਉਹ ਉਠਾਲਿਆ ਗਿਆ, ਉਸ ਨੂੰ ਪਹਿਲਾ ਫਲ ਕਿਹਾ ਗਿਆ। ਔਰ ਇੱਥੇ ਇਹ ਦੱਸਿਆ ਗਿਆ ਕਿ ਤੁਸੀਂ ਪਹਿਲੇ ਫਲ ਦਾ ਪ੍ਰਭੂ ਦੇ ਘਰ ਲੈ ਕੇ ਆਉਣਾ, ਇੱਕ ਫੂਲਾ ਲੈ ਕੇ ਆਉਣਾ। ਹੁਣ ਅਗਰ ਸੰਗਤ ਇੱਕ ਫੂਲਾ ਲੈ ਕੇ ਆਉਂਦੀ ਪਈ ਹੈ ਤਾਂ ਉੱਥੇ ਕਾਫੀ ਕੁਛ ਇਕੱਠਾ ਹੋ ਗਿਆ, ਕਾਫੀ ਉੱਥੇ ਅਨਾਜ ਇਕੱਠਾ ਹੋ ਗਿਆ, ਕਾਫੀ ਉੱਥੇ ਜਿਹੜੀ ਮੱਦ ਆ ਉਹ ਇਕੱਠੀ ਹੋ ਗਈ ਹੈ, ਕਾਫੀ ਉੱਥੇ ਜਿਹੜਾ ਫਲ ਫਰੂਟ ਅਜੀਰਾਂ ਵਗੈਰਾ ਇਕੱਠੀਆਂ ਹੋ ਗਈਆਂ, ਜਿਸ ਦਾ ਤੇਲ ਕੱਢਿਆ ਜਾਂਦਾ ਸੀ ਬਾਅਦ ਦੇ ਵਿੱਚ। ਉਸ ਦਾ ਕੀ ਸੀਗਾ? ਉਹ ਜਿਹੜਾ ਪ੍ਰਭੂ ਦਾ ਉੱਥੇ ਉਹਨਾਂ ਨੇ ਇੱਕ ਭੰਡਾਰ ਬਣਾਇਆ ਸੀ, ਉਸ ਦੇ ਵਿੱਚ ਸਾਰੀਆਂ ਚੀਜ਼ਾਂ ਜਾਂਦੀਆਂ ਸੀ, ਜਿੱਥੇ ਪ੍ਰੋਤਾਂ ਦੇ ਖਾਨਦਾਨਾਂ ਨੂੰ ਔਰ ਪਲੱਸ ਜਿਹੜੇ ਲੋਕ ਗਰੀਬ ਔਰ ਜਿਹੜੇ ਲੋਕ ਉੱਥੇ ਆ ਕੇ ਆਸਰਾ ਲੈਂਦੇ ਸੀ ਪ੍ਰਭੂ ਦੇ ਘਰ ਆ ਕੇ ਉਹਨਾਂ। ਔਰ ਨੰਬਰ 2 ਦੇ ਉੱਤੇ, ਫਿਰ ਨੰਬਰ 3 ਦੇ ਉੱਤੇ ਅਸੀਂ ਦੇਖਦੇ ਸੀਗੇ ਅਨਾਥ ਬੱਚੇ ਔਰ ਬਿਮਾਰ ਬੱਚੇ, ਔਰ ਜਿਹੜੇ ਉਹ ਕੋੜੀ ਸਾਰੇ, ਜਿਨ੍ਹਾਂ ਨੂੰ ਇੱਕ ਜਗ੍ਹਾ ਦੇ ਉੱਤੇ ਹਰ ਪਿੰਡ 4-5 ਪਿੰਡਾਂ ਦੀ ਇੱਕ ਜਗ੍ਹਾ ਬਣਾਈ ਹੁੰਦੀ ਸੀ ਜਿੱਥੇ ਉਹਨਾਂ ਨੂੰ ਰੱਖਿਆ ਜਾਂਦਾ ਸੀ, ਔਰ ਉਹਨਾਂ ਦੀ ਸ਼ੁੱਧਤਾ ਹਰੇਕ ਹਫ਼ਤੇ ਪ੍ਰਭੂ ਦਾ ਬੰਦਾ ਚੈੱਕ ਕਰਨ ਜਾਂਦਾ ਸੀ ਕਿ ਕੀ ਇਹਨਾਂ 'ਚ ਕੋਈ ਸ਼ੁੱਧ ਹੋਇਆ ਕਿ ਨਹੀਂ ਹੋਇਆ। ਅੰਤ ਦੇ ਦਿਨਾਂ ਦੇ ਵਿੱਚ ਠੀਕ ਉਹਨਾਂ ਨੇ ਨਹੀਂ ਕੀਤਾ, ਲੇਕਿਨ ਬਹੁਤ ਸਮੇਂ ਤੱਕ ਇਹਨਾਂ ਨੇ ਇਹ ਜਾਰੀ ਰੱਖਿਆ ਔਰ ਉਹਨਾਂ ਨੂੰ ਉਸ ਦੇ ਵਿੱਚੋਂ ਖਾਣ ਨੂੰ ਦਿੱਤਾ ਜਾਂਦਾ ਸੀ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਇੱਕ ਕਮਿਊਨਿਟੀ ਬਣਾ ਕੇ, ਇੱਕ ਦੇਸ਼ ਬਣਾ ਕੇ ਲੈ ਕੇ ਜਾਵੇ। ਦੇਸ਼ ਹੱਦਾਂ ਦਾ ਨਹੀਂ ਹੁੰਦਾ, ਦੇਸ਼ ਲੋਕਾਂ ਨਾਲ ਹੁੰਦਾ ਹੈ। ਹੱਦਾਂ ਭਾਵੇਂ ਜਿੰਨੀਆਂ ਮਰਜ਼ੀ ਵੱਡੀਆਂ ਹੋਣ। ਐਂਟਾਰਕਟਿਕਾ ਜਿਹੜਾ ਉਹ ਐਡਾ ਵੱਡਾ ਆਈਲੈਂਡ ਆ, ਲੇਕਿਨ ਉਹ ਵਸਣ ਦੇ ਯੋਗ ਨਹੀਂ, ਉਸਨੂੰ ਕੋਈ ਆਪਣਾ ਦੇਸ਼ ਨਹੀਂ ਮੰਨਦਾ, ਉਹਨੂੰ ਕੋਈ ਆਪਣਾ ਦੇਸ਼ ਨਹੀਂ ਮੰਨਦਾ, ਕਿਉਂਕਿ ਉੱਥੇ ਸਾਰਾ ਸਾਲ ਹੀ ਬਰਫ਼ ਪਈ ਰਹਿੰਦੀ ਆ, ਉੱਥੇ ਇੰਨੀ ਜ਼ਿਆਦਾ ਠੰਡ ਹੁੰਦੀ ਆ ਕਿ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਲੇਕਿਨ ਉਸਨੂੰ ਕੋਈ ਆਪਣਾ ਦੇਸ਼ ਨਹੀਂ ਕਹਿੰਦਾ। ਦੇਸ਼ ਲੋਕਾਂ ਦਾ, ਲੋਕਾਂ ਦੇ ਨਾਲ ਦੇਸ਼ ਬਣਦਾ। ਔਰ ਅਸੀਂ ਇੱਥੇ ਕੀ ਦੇਖਦੇ ਪਏ ਕਿ ਪ੍ਰਭੂ ਇਹਨਾਂ ਲੋਕਾਂ ਨੂੰ ਜੋ ਗੁਲਾਮੀ ਦੇ ਵਿੱਚੋਂ ਆਏ ਆ, ਜਿਨ੍ਹਾਂ ਦੇ ਵਿੱਚ ਅਨਪੜ੍ਹਤਾ ਆਮ ਆਇਆ ਸੀ ਵੇਲੇ, ਇਹਨਾਂ ਨੂੰ ਇੱਕ ਦੇਸ਼ ਬਣਾ ਰਿਹਾ। ਔਰ ਉਹਨਾਂ ਨੂੰ ਇੱਕ ਦੇਸ਼ ਕਿੱਥੇ ਬਣਾ ਰਿਹਾ? ਉਜਾੜ ਦੇ ਵਿੱਚ। ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਪਏ, ਅਸੀਂ ਗਾਂ ਜਾ ਕਹਿਣਾ ਬਹੁਤ ਸਾਰੇ ਨਾਂ ਹੀ ਆਈ ਜਾਂਦੇ ਆ, ਜਾਂ ਉਹਨਾਂ ਨਾਵਾਂ ਤੋਂ ਸਾਨੂੰ ਪਤਾ ਲੱਗਣਾ ਕਿ ਪ੍ਰਭੂ ਯਿਸੂ ਮਸੀਹ ਦੀ ਅਸੀਂ ਨਾਂ ਜਿਹੜੇ ਪੜ੍ਹਨੇ, ਉਹਨਾਂ ਵਿੱਚੋਂ ਅਸੀਂ ਪੜ੍ਹਨੇ ਆ ਕਿ ਪ੍ਰਭੂ ਯਿਸੂ ਮਸੀਹ ਦੀ, ਆਹ ਦੇਖੋ ਪ੍ਰਭੂ ਯਿਸੂ ਮਸੀਹ ਦੀ ਲਾਈਨ ਚੱਲਦੀ, ਉੱਥੋਂ ਸਾਨੂੰ ਪਤਾ ਲੱਗਦਾ ਕਿ ਯਿਸੂ ਮਸੀਹ ਦੀ ਲਾਈਨ। ਸੋ ਹਰ ਇੱਕ ਚੀਜ਼ ਦਾ ਮਕਸਦ, ਹਰ ਇੱਕ ਚੀਜ਼ ਦਾ ਮਕਸਦ ਇਹ ਉਹਨਾਂ ਲੋਕਾਂ ਨੂੰ ਦੇਸ਼ ਚਲਾਉਣ ਦੇ ਲਈ, ਮੰਦਿਰ ਦਾ ਕੰਮ ਜਿਹੜਾ ਹੈਗਾ ਉਸ ਨੂੰ ਚਲਾਉਣ ਦੇ ਲਈ, ਕੌਮਾਂ ਦੇ ਵਿੱਚ ਜਿਹੜੀ ਉਸ ਕੌਮ ਦੇ ਵਿੱਚ ਇੱਕ ਤੁਸੀਂ ਇਹ ਕਹਿ ਲਓ ਕਿ ਗਰੀਬਾਂ ਦੀ ਸੰਭਾਲ ਦੇ ਲਈ, ਉਸ ਤੋਂ ਬਾਅਦ ਬਿਮਾਰਾਂ ਦੇ ਸੰਭਾਲ ਦੇ ਲਈ, ਉਹਨਾਂ ਸਾਰਿਆਂ ਦੇ ਲਈ ਪ੍ਰਭੂ ਸਾਰੀਆਂ ਸੁਵਿਧਾਵਾਂ ਉਹਨਾਂ ਨੂੰ ਦੱਸ ਰਿਹਾ ਕਿ ਤੁਸੀਂ ਇਸ ਤਰ੍ਹਾਂ ਇਕੱਠੀਆਂ ਕਰਨੀਆਂ। ਸੋ ਕੀ ਆ, ਹਰ ਤਿਉਹਾਰ ਤੇ ਹਰ ਇੱਕ ਏਦਾਂ ਦੇ ਦਿਨ ਤੇ ਪ੍ਰਭੂ ਉਹਨਾਂ ਨੂੰ ਦੱਸ ਰਿਹਾ ਕਿ ਤੁਸੀਂ ਲੈ ਕੇ ਆਉਣਾ, ਔਰ ਪ੍ਰਭੂ ਦੇ ਘਰ ਖਾਲੀ ਹੱਥ ਨਹੀਂ ਆਉਣਾ।
मतलब ਪਿੱਛੇ ਕੀ ਆ, ਇੱਕ ਸੁਸਾਇਟੀ ਐਸੀ ਬਣੇ ਜਿਹੜੇ ਪ੍ਰਭੂ ਦੇ ਘਰ ਦੇ ਆਲੇ ਦੁਆਲੇ, ਜਿਸ ਦਾ ਸਾਰੇ ਕੰਮ ਪ੍ਰਭੂ ਦੇ ਘਰ ਦੇ ਆਲੇ ਦੁਆਲੇ। ਸੋ ਆਓ ਅਸੀਂ ਅੱਗੇ ਚੱਲੀਏ। ਵਾਢੀ ਦਾ ਜਿਹੜਾ ਤਿਉਹਾਰ ਆ, ਵਾਢੀ ਦਾ ਤਿਉਹਾਰ ਜਿਸ ਲਈ ਹੁਣ ਫਸਲ ਵੱਢਦੇ ਪਏ, ਉਸ ਵੇਲੇ ਸ਼ੁਰੂ ਹੋਇਆ। ਉਹ ਸਿਰਫ ਇੱਕ ਪੂਲਾ ਸੀਗਾ ਜਿਹੜਾ ਸਿਰਫ ਪ੍ਰਭੂ ਦੀ ਸ਼ੁਕਰਗੁਜ਼ਾਰੀ ਸੀ ਕਿ ਪ੍ਰਭੂ ਤੂੰ ਸਾਡੇ ਲਈ ਅੰਨ ਪੈਦਾ ਕੀਤਾ, ਇਹ ਪਹਿਲਾ ਤੇਰੇ ਲਈ, ਇਸ ਤੋਂ ਪਹਿਲਾਂ ਕੋਈ ਹੋਰ ਮੂੰਹ ਚ ਪਾਵੇ, ਇਹ ਪਹਿਲਾ ਫਲ ਤੇਰੇ। ਸੋ ਉਹ ਸੀ। ਸੁਣ ਆਓ 15 ਤੋਂ ਲੈ ਕੇ ਅਸੀਂ ਬੇਸਿਕਲੀ ਹੁਣ ਇਸ ਨੂੰ ਜਾਂ 15 ਤੋਂ ਲੈ ਕੇ 22 ਤੱਕ ਦੇ। ਯਸ ਵਾਢੀ ਸਮੇਂ ਤਿਉਹਾਰ। ਸਬਤ ਦੇ ਪਿੱਛੋਂ ਪਹਿਲੇ ਦਿਨ, ਜਿਸ ਦਿਨ ਤੁਸੀਂ ਆਪਣੀ ਫਸਲ ਦਾ ਪਹਿਲਾ ਫਲ ਪ੍ਰਭੂ ਅੱਗੇ ਭੇਟ ਕਰੋ, ਉਸ ਦਿਨ ਤੋਂ ਅੱਗੇ ਠੀਕ 7 ਸਪਤਾਹ ਗਿਣ ਲੈਣਾ। ਫਿਰ 7ਵੇਂ ਸਬਤ ਦੇ ਪਿੱਛੋਂ ਪਹਿਲੇ ਦਿਨ ਅਰਥਾਤ 5ਵੇਂ ਦਿਨ ਤੁਸੀਂ ਪ੍ਰਭੂ ਅੱਗੇ ਨਵੇਂ ਅਨਾਜ ਦੀ ਭੇਟ ਚੜਾਉਣਾ। ਉਸ ਦਿਨ ਹਰ ਟੱਬਰ ਖਮੀਰ ਮਿਲੇ 2 ਕਿਲੋ ਗੁੰਨੇ ਮੈਦੇ ਦੀਆਂ 2 ਰੋਟੀਆਂ ਪ੍ਰਭੂ ਦੇ ਲਈ ਵਿਸ਼ੇਸ਼ ਕਰਕੇ ਚੜਾਵੇ ਦੇ ਤੌਰ ਤੇ ਲੈ ਕੇ ਆਵੇ। ਇਹ ਚੜਾਵਾ ਤੁਹਾਡੀ ਫਸਲ ਦਾ ਪਹਿਲੇ ਫਲ ਦਾ ਹੋਵੇਗਾ। ਤੁਸੀਂ ਇਸ ਅਨਾਜ ਦੀ ਭੇਟ ਨਾਲ ਹੋਮ ਬਲੀ ਦੇ ਤੌਰ ਤੇ 7 ਬਜ ਰਹਿਤ, 1 ਸਾਲ ਦੇ ਲੇਲੇ, 1 ਜਵਾਨ ਬਲਦ ਅਤੇ 2 ਛਤਰੇ ਵੀ ਸੁਗੰਧਿਤ ਬਲੀ ਦੇ ਤੌਰ ਤੇ ਪ੍ਰਭੂ ਅੱਗੇ ਚੜਾਉਣਾ। ਤੁਸੀਂ 1 ਬੱਕਰਾ ਪਾਪ ਬਲੀ ਦੇ ਤੌਰ ਤੇ ਅਤੇ 2 ਬੱਕਰੇ 1-1 ਸਾਲ ਦੀ ਮੇਲ ਬਲੀ ਦੇ ਤੌਰ ਤੇ ਚੜਾਉਣਾ। ਇਹਨਾਂ ਬਲੀਆਂ ਨੂੰ ਪੁਰੋਹਿਤ ਪਹਿਲੇ ਫਲ ਦੀ ਭੇਟ ਨਾਲ ਪ੍ਰਭੂ ਦੇ ਸਾਹਮਣੇ ਹਿਲਾ ਕੇ ਚੜਾਵੇ। ਇਹ ਪ੍ਰਭੂ ਵੱਲੋਂ ਪੁਰੋਹਿਤ ਦੇ ਲਈ ਪਵਿੱਤਰ ਹੈ। ਉਸ ਦਿਨ ਤੁਸੀਂ ਪਵਿੱਤਰ ਕਾਠ ਦੇ ਲਈ ਢੰਡੋਰਾ ਪਟਾ ਦੇਣਾ ਅਤੇ ਤੁਹਾਡੇ ਵਿੱਚੋਂ ਕੋਈ ਮਿਹਨਤ ਵਾਲਾ ਕੰਮ ਨਾ ਕਰੇ। ਇਸ ਵਿਧੀ ਦੀ ਪਾਲਣਾ ਤੁਸੀਂ ਪੀੜ੍ਹੀਓ ਪੀੜ੍ਹੀ ਆਪਣੇ ਵਿੱਚ ਕਰਨਾ। ਫਸਲ ਕੱਟਦੇ ਸਮੇਂ ਤੁਸੀਂ ਆਪਣੇ ਖੇਤਾਂ ਦੀਆਂ ਨੁੱਕਰਾਂ ਵਿੱਚੋਂ ਫਸਲ ਨਾ ਕੱਟਣਾ ਅਤੇ ਨਾ ਹੀ ਤੁਸੀਂ ਹੇਠ ਡਿੱਗੇ ਸਿੱਟੇ ਚੁਣਨਾ। ਇਹ ਸਭ ਤੁਸੀਂ ਗਰੀਬਾਂ ਅਤੇ ਪਰਦੇਸੀਆਂ ਲਈ ਛੱਡ ਦੇਣਾ। ਮੈਂ ਤੁਹਾਡਾ ਪਰਮੇਸ਼ਰ ਹਾਂ। ਆਮੀਨ। ਆਮੀਨ। ਸੋ ਹੁਣ ਅਸੀਂ ਕੀ ਦੇਖਦੇ ਪਏ ਹਾਂ? ਪਸਾਹ ਦੇ ਤਿਉਹਾਰ ਤੋਂ 7 ਹਫ਼ਤਿਆਂ ਦੇ ਬਾਅਦ, ਯਾਨੀ ਕਿ ਵਾਢੀ ਦੇ ਬੇਸਿਕਲੀ ਮਿਡਲ ਦੇ ਵਿੱਚ, ਹੁਣ ਉਹਨਾਂ ਨੇ ਇਹ ਤਿਉਹਾਰ ਮਨਾਉਣਾ। ਅਸੀਂ ਵੀ ਇਹ ਤਿਉਹਾਰ ਮਨਾਉਣਾ। ਕੋਈ ਦੱਸ ਸਕਦਾ ਹੈ ਤਿਉਹਾਰ ਕਿਹੜਾ? Pentecost. It is a Pentecost. ਔਰ ਆਓ ਅਸੀਂ ਹੁਣ ਦੇਖਦੇ ਹਾਂ ਮੇਰੇ ਨਾਲ ਚੇਲਿਆਂ ਦੇ ਕਰਤੱਵ, ਉਸ ਦਾ ਦੂਸਰੇ ਬਾਬ। ਔਰ ਜਿਹੜਾ ਪਹਿਲਾ ਫਲ ਪੁੱਤਰ ਦੇ ਕੇ ਉਸਨੇ ਪਸਾਹ ਦਾ ਤਿਉਹਾਰ ਨੂੰ ਸੰਪੂਰਨਤਾ ਦਿੱਤੀ। ਔਰ ਹੁਣ ਜਿਹੜਾ ਪਹਿਲਾ ਫਲ ਆ ਉਹ ਵੀ ਇਨਸਾਨ ਦਾ ਲਿਆ ਗਿਆ, ਉਹ ਵੀ ਇਨਸਾਨ ਦਾ ਲਿਆ ਗਿਆ। ਔਰ ਉਹ ਕੌਣ ਸੀਗੇ? ਉਹ ਜਿਹੜੇ ਚੇਲੇ ਔਰ ਜਿਹੜੇ ਉੱਥੇ ਲੋਕ ਇਕੱਠੇ ਹੋਏ, ਜਿਹੜੇ ਉੱਥੇ ਅੰਦਰ ਸੀਗੇ, ਉਹਨਾਂ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ। ਔਰ ਉਹਨਾਂ ਵਿੱਚ ਔਰਤਾਂ ਵੀ ਸੀ ਔਰ ਉਹਨਾਂ ਦੇ ਵਿੱਚ ਮਰਦ ਵੀ ਸੀ। ਉਹ ਸਿਰਫ 12 ਚੇਲਿਆਂ ਨੂੰ ਨਹੀਂ ਸੀ ਮਿਲਿਆ। ਉਹ ਅਸੀਂ ਜਿਸ ਨੂੰ ਮਿਲ ਜਾਏ ਪੰਨੇ ਦਾ ਨੰਬਰ ਦੱਸਦਾ। ਸੋ ਦੂਸਰਾ ਭਾਵ ਉਸਦੀ ਅਸੀਂ 1 ਤੋਂ ਲੈ ਕੇ 209 ਆ ਮਾਸਟਰ ਜੀ। ਥੈਂਕ ਯੂ ਭੈਣ। ਉਸਦੇ ਅਸੀਂ 2 ਤੋਂ ਲੈ ਕੇ 13 ਤੱਕ ਇਸ ਨੂੰ ਦੇਖਾਂਗੇ। ਚੈਪਟਰ 2 1 ਤੋਂ ਲੈ ਕੇ 13 ਤੱਕ। ਔਰ ਅਸੀਂ ਇੱਥੇ ਪੈਂਤੇਕੋਸਤ ਦਾ ਉਹ ਤਿਉਹਾਰ ਜਿਹੜਾ ਪਸਾਹ ਦੇ ਤਿਉਹਾਰ ਤੋਂ ਬਾਅਦ ਮਨਾਇਆ ਗਿਆ, ਪਹਿਲਾ ਪੈਂਤੇਕੋਸਤ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਤੋਂ ਬਾਅਦ, ਔਰ ਤੀਸਰੇ ਦਿਨ ਪਹਿਲਾ ਫਲ ਯਿਸੂ ਮਸੀਹ ਉੱਠਿਆ। ਔਰ ਉਸ ਤੋਂ ਬਾਅਦ ਅਸੀਂ ਹੁਣ ਇਹ ਵਾਢੀ ਦਾ ਤਿਉਹਾਰ ਦੇਖਦੇ ਪਏ ਹਾਂ। ਪ੍ਰਭੂ ਨੇ ਕੀ ਕਿਹਾ ਸੀ? ਫਸਲ ਤਾਂ ਬਹੁਤ ਆ ਪਰ ਵਾਢੇ, ਫਸਲ ਤਾਂ ਬਹੁਤ ਆ, ਵਾਢੇ ਥੋੜੇ ਆ। ਇਹ ਪਹਿਲੀ ਵਾਢੀ ਜਿਹੜੀ ਪ੍ਰਭੂ ਨੇ ਆਪ ਕੀਤੀ, ਔਰ ਇਹ ਪਹਿਲੀ ਵਾਢੀ ਵਾਢਿਆਂ ਦੀ ਉਸਨੇ ਕੀਤੀ। ਆਓ ਇਸ ਨੂੰ ਦੇਖੀਏ, ਇਸ ਨੂੰ ਮਿਲ ਜਾਏ। ਇਹ ਪੜ੍ਹਦੇ ਹਾਂਜੀ। ਅਚਾਨਕ ਆਕਾਸ਼ ਤੋਂ ਇੱਕ ਬਹੁਤ ਤੇਜ਼ ਹਨੇਰੀ ਵਰਗੀ ਆਵਾਜ਼ ਆਈ ਅਤੇ ਉਸ ਨਾਲ ਸਾਰਾ ਘਰ ਗੂੰਜ ਉੱਠਿਆ ਜਿਸ ਵਿੱਚ ਉਹ ਬੈਠੇ ਹੋਏ ਸਨ। ਫਿਰ ਉਹਨਾਂ ਨੂੰ ਅੱਗ ਵਰਗੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ, ਜਿਹੜੀਆਂ ਉਹਨਾਂ ਵਿੱਚੋਂ ਹਰ ਇੱਕ ਤੇ ਆ ਠਹਿਰੀਆਂ। ਉਹ ਸਾਰੇ ਪਵਿੱਤਰ ਆਤਮਾ ਦੇ ਨਾਲ ਭਰ ਗਏ ਅਤੇ ਪਰਾਈਆਂ ਬੋਲੀਆਂ ਬੋਲਣ ਲੱਗ ਪਏ।
ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਲਈ ਉਭਾਰਿਆ। ਉਸ ਸਮੇਂ ਸੰਸਾਰ ਦੇ ਸਾਰੇ ਦੇਸ਼ਾਂ ਦੇ ਸ਼ਰਧਾਲੂ ਯਹੂਦੀ ਯਰੂਸ਼ਲਮ ਵਿੱਚ ਆਏ ਹੋਏ ਸਨ। ਜਦੋਂ ਇਹ ਆਵਾਜ਼ ਆਈ ਤਾਂ ਭੀੜ ਲੱਗ ਗਈ। ਲੋਕੀ ਘਬਰਾ ਗਏ ਕਿਉਂਕਿ ਹਰ ਕੋਈ ਚੇਲਿਆਂ ਨੂੰ ਆਪਣੀ ਹੀ ਬੋਲੀ ਬੋਲਦੇ ਸੁਣ ਰਿਹਾ ਸੀ। ਸਾਰੇ ਲੋਕੀ ਹੈਰਾਨ ਸਨ ਅਤੇ ਉਹ ਹੈਰਾਨਗੀ ਵਿੱਚ ਹੀ ਕਹਿਣ ਲੱਗੇ ਕਿ ਇਹ ਸਾਰੇ ਜਿਹੜੇ ਬੋਲ ਰਹੇ ਹਨ ਗਲੀਲ ਨਿਵਾਸੀ ਨਹੀਂ ਹਨ। ਫਿਰ ਅਸੀਂ ਸਾਰੇ ਕਿਸ ਤਰ੍ਹਾਂ ਆਪਣੇ ਆਪਣੇ ਦੇਸ਼ ਦੀ ਭਾਸ਼ਾ ਸੁਣ ਰਹੇ ਹਾਂ। ਅਸੀਂ ਜਿਹੜੇ ਪਾਰਥੀ, ਮੈਦੀ, ਇਲਾਮੀ, ਮੋਸੋਪੋਤੀਆ, ਯਹੂਦੀਆ, ਕਪਦੁਕੀਆ, ਪੰਤਸ, ਏਸ਼ੀਆ, ਫਰੂਗੀਆ, ਪੰਫਲੀਆ, ਮਿਸਰ, ਕੁਰੇਨੇ ਦੇ ਲਾਗਲੇ ਪ੍ਰਾਂਤ, ਲੀਬੀਆ ਦੇ ਰਹਿਣ ਵਾਲੇ, ਰੋਮੀ ਮੁਸਾਫਰ, ਯਹੂਦੀ ਅਤੇ ਦੂਜੇ ਜਿਨ੍ਹਾਂ ਯਹੂਦੀ ਮਤ ਸਵੀਕਾਰ ਕੀਤਾ, ਕਰੇਤ ਅਤੇ ਅਰਬ ਦੇ ਰਹਿਣ ਵਾਲੇ ਹਾਂ। ਅਸੀਂ ਸਾਰੇ ਆਪਣੀ ਆਪਣੀ ਭਾਸ਼ਾ ਵਿੱਚ ਪਰਮੇਸ਼ਰ ਦੇ ਮਹਾਨ ਕੰਮਾਂ ਬਾਰੇ ਸੁਣ ਰਹੇ ਹਾਂ। ਉਹ ਸਾਰੇ ਹੈਰਾਨ ਸਨ ਅਤੇ ਘਬਰਾਏ ਹੋਏ ਇੱਕ ਦੂਜੇ ਤੋਂ ਪੁੱਛਣ ਲੱਗੇ, ਇਸ ਦਾ ਕੀ ਅਰਥ ਹੋ ਸਕਦਾ ਹੈ? ਪਰ ਕੁਝ ਦੂਜੇ ਲੋਕੀ ਚੇਲਿਆਂ ਨੂੰ ਠੱਠੇ ਕਰਦੇ ਹੋਏ ਬੋਲੇ, ਇਹ ਤਾਂ ਤਾਜ਼ੀ ਸ਼ਰਾਬ ਪੀ ਕੇ ਮਸਤ ਹੋ ਚੁੱਕੇ ਹਨ। ਆਮੀਨ। ਹੋ ਚੁੱਕੇ। ਸੋ ਅਸੀਂ ਜਿਸਲੇ ਇਸ ਵਚਨ ਦੇ ਵਿੱਚ ਦੇਖਦੇ ਪਏ ਹਾਂ, ਪ੍ਰਭੂ ਦੇ ਹੁਕਮ ਦੇ ਅਨੁਸਾਰ ਉਹ ਉਸ ਜਿੱਥੇ ਪ੍ਰਭੂ ਨੇ ਕਿਹਾ ਸੀ ਉਹ ਸਾਰੇ ਉੱਥੇ ਇਕੱਠੇ, ਔਰ ਉੱਥੇ ਉਹ ਦੁਆ ਕਰਦੇ ਪਏ ਜਿੱਦਾਂ ਪ੍ਰਭੂ ਨੇ ਕਿਹਾ ਸੀ। ਔਰ ਠੀਕ ਪੰਤੇਕੋਸਤ 7 ਹਫ਼ਤਿਆਂ ਤੋਂ ਬਾਅਦ ਪੈਂਤੇਕੋਸਤ ਦਾ 50 ਦਿਨ ਇਸ ਨੂੰ ਕਿਹਾ ਜਾਂਦਾ। ਉੱਥੇ ਉਹਨਾਂ ਦੇ ਉੱਤੇ ਜਿਹੜੀ ਅੱਗ ਉਤਰੀ ਆ, ਬੇਦੀ ਦੀ ਅੱਗ ਉਹਨਾਂ ਦੇ ਉੱਤੇ ਉਤਰੀ। ਬਾਅਦ ਅਸੀਂ ਕਹਿੰਦੇ ਕਿ ਜੀ ਇਹ ਤਾਂ ਇਹਨਾਂ ਦੇ ਵਿੱਚ ਝੂਠੇ ਮਕਾਰ ਸਾਰੇ ਤਰ੍ਹਾਂ ਦੇ ਲੋਕ ਜਾਂ ਪਰ ਅੱਗ ਉਤਰੀ तो सब चीजों ਨੂੰ शुद्ध करती और इसनूं जिउंदी बलि किया जाता जिहड़ी प्रभु दे लई चढ़ाई गई और प्रभु ने इन्हां नूं अपने लई वख कीता। और असीं फिर इस कई बारी पढ़ चुके हैं और फिर कि असीं मन्नीए कि सचमुच प्रभु ने इन्हां नूं अपने लई वख कीता। सो असीं इस दी गवली हिस्से नूं मैं छड़ जाना, इस दी असीं 37 आयत तो दोबारा देखते हैं। 37 आयत तो 42 आयत तक जिसमें मिलता है वो पढ़ता ਮੈਂ ਪੜ੍ਹ ਨਹੀਂ ਪਾਈ। ਇਹ ਸੁਣ ਕੇ ਉਹਨਾਂ ਦੇ ਦਿਲਾਂ ਤੇ ਬਹੁਤ ਅਸਰ ਹੋਇਆ। ਇਸ ਲਈ ਉਹਨਾਂ ਨੇ ਪਤਰਸ ਅਤੇ ਦੂਜੇ ਪ੍ਰਮੁੱਖ ਚੇਲਿਆਂ ਤੋਂ ਪੁੱਛਿਆ, ਪ੍ਰਭੂ ਅਸੀਂ ਕੀ ਕਰੀਏ? ਪਤਰਸ ਨੇ ਉਹਨਾਂ ਨੂੰ ਕਿਹਾ, ਤੁਹਾਡੇ ਵਿੱਚੋਂ ਹਰ ਕੋਈ ਆਪਣੇ ਪਾਪਾਂ ਤੋਂ ਮੁੜੇ ਅਤੇ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲਵੇ ਤਾਂ ਜੋ ਤੁਹਾਡੇ ਪਾਪ ਮਾਫ ਹੋ ਜਾਣ। ਇਸ ਤੋਂ ਤੁਹਾਨੂੰ ਪਵਿੱਤਰ ਆਤਮਾ ਵਰਦਾਨ ਦੇ ਤੌਰ ਤੇ ਮਿਲੇਗੀ, ਕਿਉਂਕਿ ਪ੍ਰਤਿਗਿਆ ਤੁਹਾਡੇ ਲਈ, ਤੁਹਾਡੇ ਬੱਚਿਆਂ ਲਈ ਅਤੇ ਸਾਰਿਆਂ ਲਈ ਜਿਹੜੇ ਦੂਰ ਹਨ, ਉਹ ਜਿਨ੍ਹਾਂ ਨੂੰ ਸਾਡਾ ਪ੍ਰਭੂ ਪਰਮੇਸ਼ਰ ਆਪਣੇ ਕੋਲ ਸਾਦਾ ਹੈ। ਹੋਰ ਵੀ ਬਹੁਤ ਸਾਰੀਆਂ ਗੱਲਾਂ ਦੁਆਰਾ ਪਤਰਸ ਨੇ ਉਹਨਾਂ ਤੇ ਜ਼ੋਰ ਦਿੱਤਾ ਅਤੇ ਉਹਨਾਂ ਨੂੰ ਇਹ ਕਹਿੰਦੇ ਹੋਏ ਉਤਸ਼ਾਹ ਦਿੱਤਾ, ਆਪਣੇ ਆਪ ਨੂੰ ਇਸ ਭ੍ਰਸ਼ਟ ਪੀੜ੍ਹੀ ਤੋਂ ਬਚਾਓ। ਜਿਨ੍ਹਾਂ ਲੋਕਾਂ ਨੇ ਦਿਲੋਂ ਪਤਰਸ ਦੇ ਉਪਦੇਸ਼ ਨੂੰ ਸਵੀਕਾਰ ਕੀਤਾ, ਉਹਨਾਂ ਨੂੰ ਬਪਤਿਸਮਾ ਦਿੱਤਾ ਗਿਆ। ਉਸ ਦਿਨ ਕੋਈ 3000 ਦੀ ਗਿਣਤੀ ਵਿੱਚ ਲੋਕੀ ਉਹਨਾਂ ਵਿੱਚ ਆ ਵੜੇ। ਉਹ ਸਭ ਬੜੀ ਸ਼ਰਧਾ ਨਾਲ ਪ੍ਰਮੁੱਖ ਚੇਲਿਆਂ ਤੋਂ ਸਿੱਖਿਆ ਲੈਂਦੇ, ਸਾਂਝਾ ਜੀਵਨ ਗੁਜ਼ਾਰਦੇ, ਸਾਂਝੇ ਲੰਗਰ ਵਿੱਚ ਖਾਂਦੇ ਪੀਂਦੇ ਅਤੇ ਪ੍ਰਭੂ ਦੀ ਭਗਤੀ ਵਿੱਚ ਲੱਗੇ ਰਹਿੰਦੇ ਸਨ। ਆਮੀਨ। ਕੀ ਅਸੀਂ ਦੇਖਦੇ ਪਏ ਹਾਂ, ਪ੍ਰਭੂ ਨੇ ਉਹਨਾਂ ਤੋਂ ਫਲ ਪੈਦਾ ਕੀਤਾ ਔਰ ਉਸੇ ਦਿਨ ਤੋਂ ਫਲ ਪੈਦਾ ਹੋਣਾ ਸ਼ੁਰੂ ਹੋ ਗਿਆ। ਔਰ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਪਹਿਲਾਂ ਵਾਢਿਆਂ ਨੂੰ ਵੱਢਿਆ ਔਰ ਫਿਰ ਉਹਨਾਂ ਦੇ ਦੁਆਰਾ ਜਿਹੜੀ ਸੀ ਉਹ ਪਹਿਲਾ ਫਲ ਸੀ ਔਰ ਫਿਰ ਉਹਨਾਂ ਦੇ ਦੁਆਰਾ ਉਸਨੇ ਬਰਕਤ ਦਿੱਤੀ ਔਰ ਉਸਨੇ ਹੋਰ ਫਸਲ ਜਿਹੜੀ ਆਪਣੇ ਲਈ ਇਕੱਠੀ ਕੀਤੀ। ਔਰ ਇਸ ਤਰ੍ਹਾਂ ਅਸੀਂ ਕੀ ਦੇਖਦੇ ਪਏ ਹਾਂ ਕਿ ਉਹ ਜਿੱਦਾਂ ਕਹਿੰਦੇ ਪਏ ਕਿ ਅਸੀਂ ਜਿਹੜੇ ਵੱਖ-ਵੱਖ ਜਗ੍ਹਾਵਾਂ ਤੋਂ ਆਏ, ਅਸੀਂ ਉਹ ਯਹੂਦੀ ਔਰ ਜਿਨ੍ਹਾਂ ਨੇ ਯਹੂਦੀ ਮਤ ਨੂੰ ਸਵੀਕਾਰ ਕੀਤਾ, ਯਾਨੀ ਕਿ ਜਿਊਸ ਤੇ ਗਾਡ ਫੀਅਰਿੰਗ ਜਿਊਸ ਜਿਹੜੇ ਸੀ ਇਕੱਠੇ ਕਿਉਂ ਹੋਇਆ? ਪ੍ਰਭੂ ਨੇ ਇੱਥੇ ਕਿਹਾ ਸੀ ਕਿ ਜਿਸਲੇ ਤੁਸੀਂ ਪੰਤੇਕੋਸਤ ਦਾ ਤਿਉਹਾਰ ਮਨਾਓ, ਢੰਡੋਰਾ ਪਿੱਟ ਕੇ ਸਾਰਿਆਂ ਨੂੰ ਇਕੱਠੇ ਕਰੋ। ਸੋ ਯਹੂਦੀ ਜਿਹੜੇ ਬਾਬਲ ਦੇ ਸਮੇਂ ਦੇ ਵਿੱਚ ਔਰ ਬਾਬਲ ਦੇ ਰਾਜਾ ਤੋਂ ਬਾਅਦ ਉਸ ਵੇਲੇ ਫਾਰਸ ਦਾ ਰਾਜ ਆਇਆ ਔਰ ਫਾਰਸ ਦਾ ਜਿਹੜਾ ਰਾਜਾ ਸੀ ਉਸ ਦੇ ਰਾਜ ਦੇ ਵਿੱਚ
ਔਰ ਅਗਰ ਅਸੀਂ ਦੇਖੀਏ ਤਾਂ ਜਿਹੜਾ ਫਾਰਸ ਦਾ ਜਿਹੜਾ ਰਾਜ ਸੀਗਾ ਉਹ ਹਿੰਦੁਸਤਾਨ ਤੋਂ ਲੈ ਕੇ ਬੇਸਿਕਲੀ ਮੋਸਟ ਆਫ ਦ ਮਿਡਲ ਈਸਟ ਤੇ ਸਾਰੇ ਦਾ ਸਾਰਾ ਜਿਹੜਾ ਇਜਿਪਟ ਥਾਣੀ ਹੁੰਦਾ ਹੋਇਆ ਅਫਰੀਕਾ ਦੇ ਵਿੱਚ ਤਾਈਂ ਉਹਨਾਂ ਦਾ ਰਾਜ ਸੀ। ਕਿਉਂਕਿ ਉਸ ਸਮੇਂ ਜਿਹੜੇ ਯਹੂਦੀ ਲੋਕ ਪੜ੍ਹੇ ਲਿਖੇ ਲੋਕ ਸੀਗੇ, ਉਹ ਆਪਣੇ ਬੱਚਿਆਂ ਨੂੰ ਕਾਫੀ ਐਜੂਕੇਟਡ ਕਰਦੇ ਸੀਗੇ ਤੇ ਉਹਨਾਂ ਨੂੰ ਹਮੇਸ਼ਾ ਜਿਹੜੀਆਂ ਹਾਈ ਪੋਜੀਸ਼ਨਾਂ ਦਰਬਾਰਾਂ ਦੇ ਵਿੱਚ ਮਿਲਦੀਆਂ ਸੀ, ਹਿਸਾਬ ਕਿਤਾਬ ਰੱਖਣਾ, ਸਾਰੀਆਂ ਚੀਜ਼ਾਂ ਦਾ ਏਦਾਂ ਦਾ ਕੰਮ, ਨੌਕਰੀਆਂ ਉਹਨਾਂ ਨੂੰ ਮਿਲਦੀਆਂ ਸੀ। ਔਰ ਖੌਰਸ ਦੇ ਰਾਜ ਦੇ ਵਿੱਚ ਖਾਸ ਕਰਕੇ ਉਹਨਾਂ ਨੂੰ ਦੂਰ ਦੂਰ ਤੱਕ ਬਖੇਰਿਆ ਸੀ। ਲੇਕਿਨ ਜਿਸ ਵੇਲੇ ਅਲੈਗਜ਼ੈਂਡਰ ਦਾ ਗ੍ਰੇਟ ਆਇਆ, ਉਸਨੇ ਜਿੱਤ ਪ੍ਰਾਪਤ ਕੀਤੀ ਔਰ ਉਸ ਤੋਂ ਬਾਅਦ ਮੋਸਟਲੀ ਜਿਹੜੇ ਲੋਕ ਸੀਗੇ ਉਹ ਉੱਥੇ ਵੱਸ ਗਏ। ਔਰ ਇਹਨਾਂ ਤਿਉਹਾਰਾਂ ਦੇ ਉੱਤੇ ਉਹ ਸਾਲ ਦੇ ਵਿੱਚ ਹਰੇਕ 7 ਸਾਲਾਂ ਬਾਅਦ ਹਰ ਇੱਕ ਯਹੂਦੀ ਇੱਕ ਵਾਰੀ ਜ਼ਰੂਰ ਆਉਂਦਾ ਸੀ। ਉਹਨਾਂ ਨੇ 7 ਸਾਲ ਦਾ ਪੈਟਰਨ ਰੱਖਿਆ ਹੁੰਦਾ ਸੀ ਤੇ 7 ਸਾਲਾਂ ਬਾਅਦ ਇੱਕ ਵਾਰੀ ਜ਼ਰੂਰ ਜਾਣਾ। ਸੋ ਇਸ ਤਰ੍ਹਾਂ ਇਹ ਯਹੂਦੀ ਜਿਹੜੇ ਉੱਥੇ ਦੀ ਲੈਂਗੁਏਜ ਬੋਲਦੇ ਪਏ ਆ, ਉਹ ਇਹ ਕਹਿ ਰਹੇ ਆ ਕਿ ਅਸੀਂ ਜਿੱਥੋਂ ਜਿੱਥੋਂ ਆਏ ਆ ਉੱਥੇ ਦੀ ਬੋਲੀ ਅਸੀਂ ਸੁਣਦੇ ਪਏ। ਠੀਕ, ਸੋ ਅਸੀਂ ਜਿਹੜੇ ਯਹੂਦੀ ਇਹ ਚੀਜ਼ਾਂ ਸੁਣਦੇ ਪਏ, ਲੇਕਿਨ ਕੁਛ ਕਿ ਜਿਹੜੇ ਉੱਥੇ ਠੱਠੇ ਬਾਸੀ ਕਹਿੰਦੇ ਉਹਨਾਂ ਨੇ ਇਹ ਤਾਂ ਮਸਤ ਹੋ ਚੁੱਕੇ। ਲੇਕਿਨ ਦੂਸਰੇ ਪਾਸੇ ਉਹ ਮੰਦਿਰ ਦੇ ਵਿੱਚ ਕੁਛ ਨਹੀਂ ਦੇਖਦੇ। ਜਿਸ ਤਰ੍ਹਾਂ ਅਸੀਂ ਉਹ ਮੂਵੀ ਦੇਖੀ ਹੈ, ਅਸੀਂ ਉਹ ਵੱਡੇ ਵੱਡੇ ਬੁੱਲ ਦੇਖੇ ਆ, ਵੱਡੇ ਵੱਡੇ ਬਲਦ ਦੇਖੇ। ਉਹ ਸਾਰੇ ਜਿਹੜੇ ਸਦੂਕੀ ਫਰੀਸੀ ਉਹ ਵੱਡਿਆਂ ਵੱਡਿਆਂ ਬਲਦਾਂ ਵਰਗੇ ਆ। ਉੱਥੇ ਉਹਨਾਂ ਨੂੰ ਕੁਛ ਨਹੀਂ ਦਿਖਾਈ ਦਿੰਦਾ। ਲੇਕਿਨ ਜਿਸ ਲਈ ਉਹ ਇੱਥੇ ਆਉਂਦੇ ਪਏ ਆ ਤੇ ਇੱਥੇ ਉਹ ਅਥਰੂ ਦੇਖ ਸਕਦੇ, ਅਥਰੂ ਦੇਖ ਸਕਦੇ ਆ ਜੋ ਉਸ ਪੁੱਤਰ ਨੇ, ਬਾਪ ਦੇ ਉਸ ਪੁੱਤਰ ਨੇ, ਉਸ ਮਹਾਨ ਬਲੀ ਨੇ ਜੋ ਇਹਨਾਂ ਦੇ ਲਈ ਦਿੱਤੇ। ਇਹ ਗਰੀਬ ਲੋਕ ਜਿਨ੍ਹਾਂ ਨੂੰ ਕਿਸੇ ਨੇ ਨਹੀਂ ਪੁੱਛਣਾ, ਅਗਰ ਇਹਨਾਂ ਨੂੰ ਮਾਰਨਾ ਹੁੰਦਾ ਤੇ ਕਿਸੇ ਨੇ ਨਹੀਂ ਪੁੱਛਣਾ ਇਹ ਪੁੱਤਰ ਕੌਣ ਸੀ ਤੇ ਇਹ ਕੌਣ ਸੀਗਾ, ਕਿਸੇ ਨੇ ਨਹੀਂ ਪੁੱਛਣਾ। ਲੇਕਿਨ ਇਹ ਜਿਸ ਵੇਲੇ ਬਾਹਰ ਆਉਂਦੇ ਪਏ ਔਰ ਦੱਸਦੇ ਪਏ, ਉਹਨਾਂ ਨੇ ਇਹਨਾਂ ਦਾ ਯਕੀਨ ਜ਼ਿਆਦਾ ਕੀਤਾ ਔਰ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦਿੱਤਾ। ਆਪਣੇ ਆਪ ਨੂੰ ਪ੍ਰਭੂ ਯਿਸੂ ਨੂੰ ਆਪਣੀ ਦੇ ਵਿੱਚ ਲੋਕ ਲੈ ਕੇ ਗਏ। ਸੋ ਆਓ ਹੁਣ ਅਸੀਂ ਵਾਪਸ ਚਲੀਏ ਔਰ ਅਗਲੇ ਤਿਉਹਾਰਾਂ ਨੂੰ ਦੇਖੀਏ। ਦੇਖਿਆ ਕਿੰਨਾ ਕੁਛ ਹੈ ਇਹਦੇ ਵਿੱਚ, ਜਿਸ ਤੇ ਅਸੀਂ ਦੇਖਣਾ ਸ਼ੁਰੂ ਕਰਦੇ, ਬਹੁਤ ਚੀਜ਼ਾਂ ਇਸ ਦੇ ਵਿੱਚ ਜਿਹੜੀਆਂ ਸਾਨੂੰ ਪਤਾ ਲੱਗਦੀਆਂ। ਸੋ ਆਓ ਅਸੀਂ ਅਗਲਾ ਤਿਉਹਾਰ ਦੇਖੀਏ, ਨਵੇਂ ਸਾਲ ਦਾ ਤਿਉਹਾਰ, ਡੇਰਿਆਂ ਦਾ ਤਿਉਹਾਰ। ਸੋ 23 ਤੋਂ ਲੈ ਕੇ ਆਓ ਅਸੀਂ ਇਸ ਨੂੰ ਖਤਮ ਕਰ। ਮੈਂ ਪੜ੍ਹਨਾ ਮਾਸੀ। ਹਾਂਜੀ ਹਾਂਜੀ। ਨਵੇਂ ਸਾਲ ਦਾ ਤਿਉਹਾਰ। ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਤੂੰ ਲੋਕਾਂ ਨੂੰ ਦੱਸ ਕੇ 7ਵੇਂ ਮਹੀਨੇ ਦੇ ਪਹਿਲੇ ਦਿਨ ਤੁਸੀਂ ਪਵਿੱਤਰ ਆਰਾਮ ਦਾ ਦਿਨ ਮਨਾਉਣਾ। ਤਿਉਹਾਰ ਦੇ ਆਰੰਭ ਵਿੱਚ ਤੁਸੀਂ ਬਿਗਲ ਵਜਾਉਣਾ ਤਾਂ ਲੋਕ ਪਵਿੱਤਰ ਇਕੱਠ ਲਈ ਇਕੱਠੇ ਹੋਣ। ਇਸ ਦਿਨ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਾ ਕਰਨਾ ਅਤੇ ਅੱਗ ਦੁਆਰਾ ਪ੍ਰਭੂ ਦੇ ਅੱਗੇ ਭੇਟ ਚੜਾਉਣਾ, ਮਾਫੀ ਪ੍ਰਾਪਤੀ ਦਾ ਦਿਨ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, 7ਵੇਂ ਮਹੀਨੇ ਦੇ 10ਵੇਂ ਦਿਨ ਤੁਸੀਂ ਮਾਫੀ ਪ੍ਰਾਪਤੀ ਦਾ ਦਿਨ ਮਨਾਉਣਾ। ਇਸ ਦਿਨ ਤੁਸੀਂ ਵਰਤ ਰੱਖਣਾ ਅਤੇ ਅੱਗ ਦੁਆਰਾ ਪ੍ਰਭੂ ਅੱਗੇ ਭੇਟ ਚੜਾਉਣਾ। ਇਹ ਦਿਨ ਤੁਹਾਡੇ ਲਈ ਮਾਫੀ ਪ੍ਰਾਪਤੀ ਦਾ ਦਿਨ ਹੈ। ਇਸ ਲਈ ਇਸ ਦਿਨ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਾ ਕਰਨਾ। ਜੋ ਇਸ ਦਿਨ ਵਰਤ ਨਾ ਰੱਖੇ ਉਸ ਨੂੰ ਮੇਰੇ ਲੋਕਾਂ ਵਿੱਚੋਂ ਛੇਕ ਦਿੱਤਾ ਜਾਵੇ। ਜੋ ਮਨੁੱਖ ਇਸ ਦਿਨ ਕੰਮ ਕਰੇਗਾ ਉਸ ਨੂੰ ਮੈਂ ਆਪ ਜਾਨੋਂ ਮਾਰ ਦੇਵਾਂਗਾ। ਜੋ ਇਸ ਦਿਨ ਤੁਸੀਂ ਕੰਮ ਨਾ ਕਰਨਾ, ਇਸ ਦਿਨ ਨੂੰ ਇਸ ਰੂਪ ਵਿੱਚ ਤੁਸੀਂ ਵਿਧੀ ਦੇ ਤੌਰ ਤੇ ਪੀੜ੍ਹੀਓਂ ਪੀੜ੍ਹੀ ਮਨਾਉਣਾ। ਇਹ ਦਿਨ ਤੁਹਾਡੇ ਲਈ ਸਭ ਅਰਥਾਤ ਪਵਿੱਤਰ ਆਰਾਮ ਦਾ ਦਿਨ ਹੋਵੇਗਾ, ਜੋ 9ਵੇਂ ਦਿਨ ਨੂੰ ਸੂਰਜ ਡੁੱਬਣ ਨਾਲ ਸ਼ੁਰੂ ਹੋਵੇਗਾ ਅਤੇ 10ਵੇਂ ਦਿਨ ਸੂਰਜ ਡੁੱਬਣ ਤੇ ਖਤਮ ਹੋਵੇਗਾ। ਡੇਰਿਆਂ ਦੇ ਤਿਉਹਾਰ ਖਤਮ ਹੋ ਜਾਵੇਗਾ। ਹਾਂਜੀ। ਅੱਛਾ ਸੋ ਚਲਿਏ ਲੈਟਸ ਸਟਾਪ ਹਿਅਰ। ਹਾਂਜੀ। ਇੱਕ ਮਿੰਟ ਅਗਲਾ ਵੀ ਤੁਸੀਂ ਪੜ੍ਹਨਾ, ਪਰ ਲਾਸਟ ਏਰੀਆ ਇੱਥੇ ਤੁਸੀਂ ਇੱਕ ਚੀਜ਼ ਦੇਖੀ, ਮਾਫੀ ਪ੍ਰਾਪਤੀ ਦੇ ਤਿਉਹਾਰ ਦੇ ਵਿੱਚ ਇੱਕ ਜਿਹੜੀ ਪ੍ਰਭੂ ਨੇ ਸ਼ਰਤ ਸ਼ੁਰੂ ਤੋਂ ਰੱਖੀ ਹੈ,
ਕਿ ਇਸ ਤਿਉਹਾਰ ਵਾਲੇ ਦਿਨ ਤੁਸੀਂ ਵਰਤ ਰੱਖਣਾ। ਔਰ ਜਿਹੜਾ ਲੇਲਾ ਚੜਾਇਆ ਗਿਆ ਆ ਉਸਨੂੰ ਪੂਰੇ ਦਾ ਪੂਰਾ ਚੜਾਇਆ ਗਿਆ, ਔਰ ਉਸ ਦੇ ਵਿੱਚੋਂ ਜੋ ਪ੍ਰਭੂ ਕਹਿੰਦਾ ਕਿ ਤੁਸੀਂ ਇਸ ਦਾ ਗੁਰਤਾ, ਇਸ ਦੀ ਚਰਬੀ ਤੁਸੀਂ ਉਹ ਚੜਾਉਣੀ ਆ, ਔਰ ਬਾਕੀ ਦਾ ਜਿਹੜਾ ਹੈਗਾ ਉਸਨੂੰ ਬਾਹਰ ਜਾ ਕੇ ਜਿਹੜਾ ਪੁਰੋਹਿਤ ਉਹ ਸਾੜਦਾ ਪਿਆ, ਪਹਿਲਾਂ ਆਪਣੇ ਲਈ ਫਿਰ ਕੌਮ ਦੇ ਲਈ, ਫਿਰ 12 ਕਬੀਲਿਆਂ ਦੇ ਬਜ਼ੁਰਗ ਉਹਦੇ ਉੱਤੇ ਹੱਥ ਰੱਖਦੇ, ਫਿਰ ਉਹਨਾਂ ਦੇ ਲਈ ਉਹ ਸਾੜਿਆ, ਬਾਹਰ ਜਾ ਕੇ ਉਸਨੂੰ ਸਾੜਿਆ। ਔਰ ਇਹ ਚੀਜ਼ ਹੋ ਰਹੀ ਹੈ, ਔਰ ਇਹ ਮਾਫੀ ਪ੍ਰਾਪਤੀ ਦਾ ਦਿਨ। ਦੂਸਰੀ ਚੀਜ਼, ਤੁਸੀਂ ਇਸ ਦਿਨ ਕੋਈ ਕੰਮ ਨਾ, ਔਰ ਜਿਹੜਾ ਕੰਮ ਕਰੇਗਾ ਮੈਂ ਉਸਨੂੰ ਮਾਫ ਕਰਾਂਗਾ। What does it mean? ਪ੍ਰਭੂ ਨੇ ਤਾਂ ਕਿਹਾ ਸੀ ਆਦਮ ਤੂੰ ਮਰ ਜਾਏਗਾ, ਮਰ ਗਿਆ। It doesn't mean that ਇਹ ਜਿਹੜੀ ਚੀਜ਼ ਹੈਗੀ ਆ ਉਹ ਇਹ ਆ ਕਿ ਜੇ ਇਹ ਕੋਈ ਬੰਦਾ ਇਸ ਚੀਜ਼ ਦੇ ਵਿੱਚ ਮਿਹਨਤ ਕਰਕੇ ਇਹ ਨਾ ਦਿਖਾਵੇ ਕਿ ਮੈਂ ਕੰਮ ਕਰਕੇ ਪ੍ਰਭੂ ਤੋਂ ਕੋਈ ਚੀਜ਼ ਲਈ ਆ, ਇਹ ਮਾਫੀ ਮੈਨੂੰ ਕੰਮ ਤੇ ਕਰਕੇ ਮਿਲੀ ਹੈ, ਕਿਉਂਕਿ ਕੰਮਾਂ ਦੇ ਨਾਲ ਮਾਫੀ ਨਹੀਂ ਮਿਲਦੀ, ਇਹ ਪ੍ਰਭੂ ਦਾ ਦਿੱਤਾ ਹੋਇਆ ਬਰਤਨ। ਠੀਕ, ਹੁਣ ਜਿਸ ਲਈ ਅਸੀਂ ਜਿਹੜਾ ਡੇਰਿਆਂ ਦਾ ਤਿਉਹਾਰ ਉਹ ਵੀ ਇਹਦੇ ਨਾਲ ਹੀ ਜੁੜਿਆ ਆ। ਇਹ ਸਾਰੇ ਤਿਉਹਾਰ ਲਾਗੇ ਸੀਗੇ, ਬੇਸਿਕਲੀ 15 ਦਿਨ ਇੱਕੋ ਤਿਉਹਾਰ, ਜਿਹੜੇ ਦੋ ਤਿਉਹਾਰ ਸੀ ਲਾਗੇ ਸੀ, 15 ਦਿਨ ਇਹ ਤਿਉਹਾਰ ਚੱਲਦਾ। ਔਰ ਇਹ ਬਾਏ ਦਾ ਵੇ ਸਾਡੀ ਕੈਂਪਿੰਗ ਇੱਥੋਂ ਆਈ ਹੈ, ਜਿਹੜਾ ਅਸੀਂ ਕੈਂਪਿੰਗ ਕਰਨ ਜਾਂਦੇ ਹਾਂ ਉਹ ਯਹੂਦੀਆਂ ਤੋਂ ਹੀ ਆਈ ਆ। ਉਹ ਹਾਲੇ ਵੀ ਇਸ ਦਿਨ ਚੇਤੇ ਕਰਦੇ ਆ ਕਿ ਅਸੀਂ ਤੰਬੂਆਂ ਦੇ ਵਿੱਚ ਉਜਾੜ ਦੇ ਵਿੱਚ ਰਹੇ ਸੀ। ਸੋ ਇਹਨਾਂ ਤਿਉਹਾਰਾਂ ਦੇ ਵਿੱਚ ਉਹ ਚੇਤੇ ਕਰਦੇ ਉਹਨਾਂ ਦੇ ਨਾਲ। ਸੋ ਆਓ ਅਸੀਂ 33 ਤੋਂ ਲੈ ਕੇ ਸਿਸਟਰ ਜੀ 33 ਤੋਂ ਲੈ ਕੇ 44 ਪੜ੍ਹ। ਡੇਰਿਆਂ ਦਾ ਤਿਉਹਾਰ। ਪ੍ਰਭੂ ਨੇ ਅੱਗੇ ਮੂਸਾ ਨੂੰ ਕਿਹਾ, 7ਵੇਂ ਦਿਨ ਦੇ 15ਵੇਂ ਦਿਨ ਤੋਂ ਸ਼ੁਰੂ ਕਰਕੇ 7 ਦਿਨਾਂ ਤੱਕ ਤੁਸੀਂ ਪ੍ਰਭੂ ਦੇ ਲਈ ਡੇਰਿਆਂ ਦਾ ਤਿਉਹਾਰ ਮਨਾਉਣਾ। ਪਹਿਲੇ ਦਿਨ ਤੁਸੀਂ ਪਵਿੱਤਰ ਇਕੱਠ ਕਰਨਾ, ਉਸ ਦਿਨ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਾ ਕਰਨਾ। 7 ਦਿਨ ਤੁਸੀਂ ਪ੍ਰਭੂ ਅੱਗੇ ਦੁਆਰਾ ਬਲੀ ਚੜਾਉਣਾ। ਪਾਸਟਰ ਕੀ ਲਿਖਿਆ ਹੈ? 7 ਦਿਨ ਤੁਸੀਂ ਪ੍ਰਭੂ ਅੱਗੇ ਬਲੀ ਚੜਾਉਣਾ। 8ਵੇਂ ਦਿਨ ਤੁਸੀਂ ਫਿਰ ਪਵਿੱਤਰ ਇਕੱਠ ਕਰਨਾ ਤੇ ਅੱਗ ਦੁਆਰਾ ਅੱਗੇ ਬਲੀ ਵੀ ਚੜਾਉਣਾ। ਇਹ ਤੁਹਾਡਾ ਪਵਿੱਤਰ ਇਕੱਠ ਹੋਵੇਗਾ। ਸੋ ਤੁਸੀਂ ਇਸ ਦਿਨ ਕੋਈ ਕੰਮ ਨਾ ਕਰਨਾ। ਸੋ ਇਹ ਪ੍ਰਭੂ ਦੇ ਠਹਿਰਾਏ ਹੋਏ ਤਿਉਹਾਰ ਹਨ, ਜਿਸ ਦਿਨ ਤੁਹਾਡੇ ਪਵਿੱਤਰ ਇਕੱਠ ਹੋਣਗੇ। ਤੁਸੀਂ ਅੱਗ ਦੁਆਰਾ ਪ੍ਰਭੂ ਅੱਗੇ ਹੋਮ ਬਲੀਆਂ, ਅਨਾਜ ਦੀਆਂ ਭੇਟਾਂ, ਕੁਰਬਾਨੀਆਂ ਤੇ ਪੀਣ ਦੀ ਭੇਟ ਹਰ ਦਿਨ ਦੇ ਅਨੁਸਾਰ ਚੜਾਵੋਗੇ। ਇਹ ਤਿਉਹਾਰ ਤੁਹਾਡੇ ਹਰ ਸਪਤਾਹ ਦੇ ਸਾਬਤ ਦੇ ਤਿਉਹਾਰ ਤੋਂ ਵੱਖ ਹੋਣਗੇ ਅਤੇ ਇਹ ਸਭ ਭੇਟਾਂ ਵੀ ਤੁਹਾਡੀਆਂ ਸੁੱਖਣਾ ਤੇ ਖੁਸ਼ੀਆਂ ਦੀਆਂ ਭੇਟਾਂ ਤੋਂ ਵੱਖ ਹੋਣਗੀਆਂ। ਫਸਲ ਕੱਟ ਚੁੱਕਣ ਦੇ ਪਿੱਛੋਂ ਤੁਸੀਂ 7 ਦਿਨਾਂ ਤੱਕ ਇਹ ਤਿਉਹਾਰ ਮਨਾਉਣਾ। 7ਵੇਂ ਮਹੀਨੇ ਦੇ 15ਵੇਂ ਦਿਨ ਤੁਸੀਂ ਇਸ ਨੂੰ ਆਰੰਭ ਕਰਨਾ। ਪਹਿਲਾ ਦਿਨ ਤੇ 8ਵਾਂ ਦਿਨ ਤੁਹਾਡੇ ਲਈ ਖਾਸ ਆਰਾਮ ਦਾ ਦਿਨ ਹੋਵੇਗਾ। ਪਹਿਲੇ ਦਿਨ ਤੁਸੀਂ ਚੰਗੇ ਰੁੱਖਾਂ ਦੇ ਫਲ, ਹਰੇ ਰੁੱਖਾਂ ਅਰਥਾਤ ਖਜੂਰ ਦੀਆਂ ਟਹਿਣੀਆਂ, ਅਰਥਾਤ ਖਜੂਰ ਦੀਆਂ ਮੋਟੇ ਰੁੱਖਾਂ ਦੀਆਂ ਨਦੀਆਂ ਦੇ ਕੰਢੇ ਤੇ ਬੈਂਤ ਦੀਆਂ ਟਹਿਣੀਆਂ ਹੱਥਾਂ ਵਿੱਚ ਲੈ ਕੇ 7 ਦਿਨਾਂ ਤੱਕ ਪ੍ਰਭੂ ਆਪਣੇ ਪਰਮੇਸ਼ਰ ਦੇ ਲਈ ਆਨੰਦ ਮਨਾਉਣਾ। ਸੋ ਤੁਸੀਂ 7ਵੇਂ ਮਹੀਨੇ ਵਿੱਚ 7 ਦਿਨਾਂ ਤੱਕ ਇਹ ਤਿਉਹਾਰ ਵੀ ਤੁਸੀਂ ਵਿਧੀ ਦੇ ਤੌਰ ਤੇ ਪੀੜ੍ਹੀਓਂ ਪੀੜ੍ਹੀ ਆਪਣੇ ਵਿੱਚ ਮਨਾਉਣਾ। 7 ਦਿਨਾਂ ਤੱਕ ਤੁਸੀਂ ਸਭ ਘਰਾਂ ਤੋਂ ਬਾਹਰ ਡੇਰੇ ਬਣਾ ਕੇ ਉਹਨਾਂ ਵਿੱਚ ਰਹਿਣਾ। ਇਸ ਤੋਂ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਜਾਣਨਗੀਆਂ ਕਿ ਤੁਸੀਂ ਉਸ ਸਮੇਂ ਡੇਰਿਆਂ ਵਿੱਚ ਰਹੇ ਸਾਓ, ਜਦੋਂ ਮੈਂ ਤੁਹਾਨੂੰ ਮਿਸਰ ਤੋਂ ਬਾਹਰ ਕੱਢ ਕੇ ਲਿਆਇਆ ਸੀ। ਸੋ ਮੂਸਾ ਨੇ ਪ੍ਰਭੂ ਦੇ ਇਹਨਾਂ ਸਭ ਠਹਿਰਾਏ ਹੋਏ ਤਿਉਹਾਰਾਂ ਦੇ ਬਾਰੇ ਇਜ਼ਰਾਈਲੀ ਲੋਕਾਂ ਨੂੰ ਦੱਸਿਆ। ਆਮੀਨ। ਸੋ ਹੁਣ ਇਹ 2 ਚੀਜ਼ਾਂ ਪ੍ਰਭੂ ਯਿਸੂ ਮਸੀਹ ਨੇ ਵੀ ਕੀਤੀਆਂ। ਪ੍ਰਭੂ ਯਿਸੂ ਮਸੀਹ ਜਦੋਂ ਆਪਣੇ ਨੇ ਵਜਾਈ ਪ੍ਰਵੇਸ਼ ਕੀਤਾ ਆ ਤੇ ਉਹ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਮੋਹਰੇ ਟਾਹਣੀਆਂ ਲੈ ਕੇ ਗਏ। ਯਹੂਦੀ ਕਿਸ ਗੱਲ ਤੋਂ ਸੜਦੇ ਪਏ ਸੀ? ਇਸ ਚੀਜ਼ ਤੋਂ ਸੜਦੇ ਪਏ ਸੀ ਕਿ ਇਹ ਕਿਉਂ ਕਰਦੇ ਪਏ ਆ। ਇਹ ਤਾਂ ਸਾਡਾ ਬਹੁਤ ਪਵਿੱਤਰ ਤਿਉਹਾਰ ਆ, ਇਹ ਤਾਂ ਪ੍ਰਭੂ ਦੇ ਲਈ ਇਹ ਤਿਉਹਾਰ ਅਸੀਂ ਮਨਾਉਂਦੇ ਹਾਂ, ਕਿਉਂਕਿ ਪ੍ਰਭੂ ਸਾਡਾ ਪਰਮੇਸ਼ਵਰ ਸਾਨੂੰ ਕੱਢ ਕੇ ਲੈ ਕੇ ਆਇਆ ਸੀ ਮੂਸਾ ਦੇ ਦੁਆਰਾ। ਇਹ ਤਾਂ ਹੁਣ ਜਦੋਂ ਕੋਈ ਮੂਸਾ ਵਰਗਾ ਕੋਈ
मूसा वर्गा जो आना, ये तो असीं सिर्फ उस दे लई करना, ये तो सिर्फ असीं एक रिहर्सल करते पे। पर जिसले लोगों ने वो टाहनियां प्रभु यसू मसीह के पैरों के विच बिछाउणियां शुरू कर दित्तियां ते यहूदियां नूं उस चीज़ की बड़ी तंगी होई कि तुसीं ये काम ना करो। सो जिसले हुण डेरियां दे त्योहार नूं असीं देखदे पए हां ते प्रभु यसू मसीह ने डेरियां दे त्योहार दे विच भी एक बहुत महान काम किया। डेरियां दे त्योहार दे उत्ते वो दो चीज़ां याद करते हुंदे सी, ज़्यादा प्रभु का दिता होया मन्ना, और उसके लिए प्रभु कह रहा कि तुसीं हर रोज़ अनाज दीयां बलियां जो भी है प्रभु उन्होंने दसदा है। पर दूसरी जिहड़ी चीज़ हुंदी सी वो सिर्फ अखीरले दिन हुंदी सी, वो सीगी कि प्रभु ने सानूं चट्टान दे विचों पानी, और उस दिन वो जिहड़ा थल्ले जिहड़ा शालोम दा जिहड़ा पूल सीगा, जो कि नैचुरल जिहदे थल्ले पानी फुटदा सीगा, मंदिर के लागे नैचुरल पानी फुटदा सी, वो बाकी उस पूल दे विच जांदा सी, और उत्थे उन्होंने ने वो पूल बनाया सी, तो उत्थों वो पानी लैके आउंदे सी ते उस पानी नूं लिया के वो बेदी ते चढ़ाउंदे सी। और जिस वेले वो चलदा पिया, नगाड़े बजदे पे एन अपनी पीक दे उत्ते वो त्योहार हुण पहुंच चुका, बस हुण तुसीं ये कह लो कि फिनिशिंग पॉइंट आ। और जिस वेले वो शांति हो गई, हुण पुरोहित ने पानी चढ़ाउणा है, सब कुछ शांत, पिन ड्रॉप साइलेंस हो, हुण उत्थे प्रभु यसू मसीह ने एक काम करना, और वो सी यूहन्ना दी पोथी दे विच देखते हैं। मेरे नाल यूहन्ना दी पोथी दे विच आ जाओ। अज असीं उस हिस्से नूं पढ़ांगे, सिर्फ कल नूं खोलांगे। तां मेरे नाल तुसीं 177 पन्ना, और यह है 7वां भाग यूहन्ना। और अगर तुसीं 175 पन्ने दे उत्ते आ जाओ तो असीं देखते हैं उहदी 10वीं आयत तो पहला प्रभु यसू डेरियां दे त्योहार दे उत्ते। ठीक, सो डेरियां दे त्योहार दे उत्ते ये याद किया जाता सी कि प्रभु ने सानू उजाड़ दे विच की कुछ दिता, उजाड़ दे विच सानू प्रभु ने किस तरह साडे पुरखियां नूं संभालिया, जिन्हां दी असीं संतानां आ, जिन्हां दे द्वारा ये देश सानू मिलिया, और अज असीं एक कौम आ, एक देश आ जिसका एक अपना कल्चर आ, अपना सारा कुछ, एक वख आ सारा कुछ बाकियां दे नालों जो साडे आले दुआले रहिंदे आ। ये सब कुछ साडे प्रभु ने सानू दिता, और इस तरीके दे नाल प्रभु उन्हां नूं ये सारियां चीज़ां चेते रखाउंदा पिया। सो हुण डेरियां दे त्योहार दे उत्ते सारियां चीज़ां हैगियां, प्रभु यसू मसीह उत्ते पहुंच चुके आ। प्रभु यसू मसीह ने नूं फड़न दी भी कोशिश की गई आ, लेकिन वो गल नहीं बनी। सो हुण असीं आ गए 37वीं आयत ते 177 पन्ना। कोई जना इसमें 37 आयत तो लैके 37 तो 39 आयत तक। मैं पढ़ देनी ਸੀ। ਜੀਵਨ ਜਲ ਦੀਆਂ ਧਾਰਾਂ। ਤਿਉਹਾਰ ਦੇ ਅੰਤਮ ਅਤੇ ਪ੍ਰਮੁੱਖ ਦਿਨ ਯਿਸੂ ਨੇ ਖੜੇ ਹੋ ਕੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਜੇਕਰ ਕੋਈ ਤਿਹਾਇਆ ਹੈ ਤਾਂ ਉਹ ਮੇਰੇ ਕੋਲ ਆਏ ਅਤੇ ਪੀਏ। ਜਿਸ ਤਰ੍ਹਾਂ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਉਹ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਸ ਦੇ ਅੰਦਰੋਂ ਜੀਵਨ ਦੇ ਜਲ ਦੀਆਂ ਧਾਰਾਂ ਫੁੱਟ ਪੈਣਗੀਆਂ। ਯਿਸੂ ਨੇ ਪਵਿੱਤਰ ਆਤਮਾ ਦੇ ਬਾਰੇ ਕਿਹਾ, ਜਿਸ ਨੂੰ ਉਸ ਦੇ ਵਿਸ਼ਵਾਸ ਕਰਨ ਵਾਲੇ ਪ੍ਰਾਪਤ ਕਰਨ ਵਾਲੇ ਸਨ। ਕਾਰਨ ਕਿ ਅਜੇ ਤੱਕ ਪਵਿੱਤਰ ਆਤਮਾ ਕਿਸੇ ਨੂੰ ਨਹੀਂ ਦਿੱਤੀ ਗਈ ਸੀ, ਕਿਉਂਕਿ ਯਿਸੂ ਅਜੇ ਤੱਕ ਆਪਣੀ ਮਹਿਮਾ ਨੂੰ ਨਹੀਂ ਪਹੁੰਚੇ ਸਨ। ਆਮੀਨ। ਹਾਲੇ ਆਪਣੀ ਮਹਿਮਾ ਤੱਕ ਨਹੀਂ ਪਹੁੰਚੇ ਸੀ। ਸੋ ਯਾਦਾਂ ਦੇ ਵਿੱਚ ਹੀ ਇਹ ਤਿਉਹਾਰ ਮਨਾਏ ਜਾਂਦੇ ਸੀ, ਯਾਦ ਕੀਤਾ ਜਾਂਦਾ ਸੀ ਸਿਰਫ। ਔਰ ਉਹ ਜਿਹੜਾ ਅਸਲੀ ਸੀ, ਛਾਇਆ ਜਿਹੜੀ ਪਰਛਾਈਆਂ ਸੀ, ਉਹਨਾਂ ਨੂੰ ਲੈ ਕੇ ਉਹ ਤੁਰਿਓ ਸੀ। ਪਰ ਜਿਹਦੀ ਉਹ ਪਰਛਾਈ ਸੀ ਉਹ ਹਾਲੇ उस समय तक नहीं सी पहुंचा। उसने हाले तक अपनी जिहड़ी बलि देनी सी वो नहीं सी दित्ती। सो हाले वो समा नहीं आया सी।
ਸੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਿਹੜੀਆਂ ਚੀਜ਼ਾਂ ਦੀਆਂ ਤੁਸੀਂ ਪਰਛਾਈਆਂ ਨੂੰ ਦੇਖਦੇ ਹੋ, ਇਹ ਚੀਜ਼ਾਂ ਕਰਦੇ ਪਏ ਆ, ਉਹਦਾ ਅੱਜ ਸੰਪੂਰਨਤਾ ਦਾ ਦਿਨ ਆ, ਅੱਜ 7ਵਾਂ ਦਿਨ ਆ। ਤੁਸੀਂ ਉਸ ਹਿੱਸੇ ਨੂੰ ਯਾਦ ਕਰਦੇ ਪਏ ਆ ਕਿ ਤੁਹਾਡੇ ਲਈ ਪਰਮੇਸ਼ਵਰ ਨੇ ਚਟਾਨ ਦੇ ਵਿੱਚੋਂ ਪਾਣੀ ਕੱਢ ਕੇ ਤੁਹਾਨੂੰ ਪਿਲਾਇਆ ਸੀ। ਚਟਾਨ ਦੇ ਵਿੱਚੋਂ ਫੁਹਾਰਾ ਪਾਣੀ ਦਾ ਫੁੱਟਿਆ ਸੀ, ਜਿਸ ਦੇ ਨਾਲ 6 ਲੱਖ ਤੇ ਪਲੱਸ ਬੱਚੇ ਜਿਹੜੇ ਸੀਗੇ ਉਹ ਸਾਰੇ ਉੱਥੋਂ ਪੀਂਦੇ ਖਾਂਦੇ ਸੀ। ਤੁਹਾਡੇ ਲਈ ਮੰਨਾ ਰੋਜ਼ ਆਉਂਦਾ ਸੀ, ਤਾਜ਼ਾ ਮੰਨਾ ਰੋਜ਼ ਆਉਂਦਾ ਸੀ। ਤੁਹਾਡੇ ਲਈ ਮਾਸ ਦੇ ਲਈ ਜਾਨਵਰ ਤੁਹਾਡੇ ਡੇਰਿਆਂ ਦੇ ਕੋਲ ਉੱਡ ਕੇ ਆ ਜਾਂਦੇ ਸੀ। ਤੁਹਾਨੂੰ ਪ੍ਰਭੂ ਨੇ ਸਾਰੀਆਂ ਚੀਜ਼ਾਂ ਦਿੱਤੀਆਂ ਔਰ ਡੇਰਿਆਂ ਦੇ ਵਿੱਚ ਦਿੱਤੀਆਂ। ਹੁਣ ਤੁਸੀਂ ਡੇਰਿਆਂ ਦਾ ਤਿਉਹਾਰ ਮਨਾ ਕੇ, ਡੇਰਿਆਂ ਦੇ ਤਿਉਹਾਰ ਦੇ ਵਿੱਚ ਉਹ ਜਾਨਵਰ ਜਿਹੜਾ ਤੁਸੀਂ ਮੁੱਲ ਲਿਆ ਆ ਆਪਣੇ ਪੈਸਿਆਂ ਦਾ, ਤੁਸੀਂ ਉਸ ਨੂੰ ਕੱਟ ਕੇ ਤੇ ਖਾਣੇ ਪਏ ਆ, ਪਰ ਯਾਦ ਤੁਸੀਂ ਉਸ ਚੀਜ਼ ਨੂੰ ਕਰਦੇ ਪਏ। ਪਰ ਉਹ ਇਹ ਸਭ ਪਰਛਾਵੇਂ ਆ, ਅਸਲ ਮੈਂ ਆ ਜਿਹੜਾ ਤੁਹਾਡੇ ਵਿੱਚ। ਸੋ ਇਸ ਕਰਕੇ ਪ੍ਰਭੂ ਨੇ ਕਿਹਾ, ਉਹ ਜੋ ਤਿਹਾਇਆ ਮੇਰੇ ਕੋਲ ਆਏ, ਜਿਹਨੂੰ ਤਾਂ ਪਿਆਸ ਹੈ ਨਹੀਂ ਗੀ, ਜਿਹੜੇ ਤਾਂ ਸਿਰਫ ਉਹ ਜਿੱਦਾਂ ਅਸੀਂ ਵੀਡੀਓ ਦੇਖੀ ਸੀ ਕਿ ਉਹ ਹੁਣ ਬੋਲ ਲੈ ਗਏ ਆ, ਉਹ ਬੱਕਰੇ ਖਰੀਦ ਲਏ ਆ ਤੇ ਉਹਨਾਂ ਨੇ ਕਰ ਲਿਆ। ਪਰ ਕੁਛ ਇੱਕ ਬੰਦੇ ਸੀਗੇ ਜਿਹੜੇ ਕਹਿੰਦੇ ਸੀ ਨਹੀਂ, ਇਹ ਤਾਂ ਅਸੀਂ ਐਵੇਂ ਰੈਪੂਟੇਸ਼ਨ ਕਰਦੇ ਪਏ ਆ। ਅਸਲੀ ਕੀ ਆ? ਅਸਲ ਚ ਇਹ ਕੀ ਹੈ? ਔਰ ਇਹ ਸਾਰੀਆਂ ਜਿਹੜੀਆਂ ਅਸੀਂ ਬਲੀਆਂ ਦਿੰਦੇ ਹਾਂ, ਅਸੀਂ ਕਾਹਦੇ ਵਾਸਤੇ ਦਿੰਦੇ? ਸੋ ਪ੍ਰਭੂ ਨੇ ਉਹਨਾਂ ਨੂੰ ਆਵਾਜ਼ ਦਿੱਤੀ ਹੈ, ਤੁਹਾਡੇ ਚੋਂ ਜਿਹੜਾ ਤਿਹਾਇਆ ਮੇਰੇ ਕੋਲ ਆਏ ਪੀਏ, ਉਸਦੇ ਅੰਦਰੋਂ ਜੀਵਨ ਜਲਦੀਆਂ। ਔਰ ਬਾਕੀ ਹੁਣ ਅਸੀਂ ਕੱਲ ਨੂੰ ਖੋਲ ਕੇ ਦੇਖਾਂਗੇ ਔਰ ਪ੍ਰਭੂ ਦੇ ਰਹਿਮ ਦੇ ਨਾਲ ਕੱਲ ਨੂੰ ਅਸੀਂ ਆਪਣੇ ਲੇਵੀਆਂ ਦੀ ਪੋਥੀ ਨੂੰ ਖਤਮ ਕਰਾਂਗੇ ਔਰ ਗਿਣਤੀ ਤੇ ਚਲ ਜਾएंगे ਔਰ ਚੌਥੀ ਪੁਸਤਕ ਅਸੀਂ ਸ਼ੁਰੂ ਕਰਾਂਗੇ। ਪਾਸਟਰ ਜੀ ਇੱਕ ਦੁਆ ਰਿਕੁਐਸਟ ਸੀ, ਮੇਰੇ ਮੰਮੀ ਹਸਪੀਟਲ, ਉਹਨਾਂ ਦੀ ਲੰਗਸ ਪ੍ਰੋਬਲਮ ਹੈ, ਉਹਨਾਂ ਦੀ ਦੁਆ ਕਰਨੀ। ਅੱਛਾ ਮੇਰੀ ਮੈਂ ਉਹਨਾਂ ਨੂੰ ਪ੍ਰਭੂ ਦੇ ਕੌਣ ਦੁਆ ਕਰੇਗਾ? ਸਿਸਟਰ ਸੁਖਦੇਵ ਦੇ ਨਾਮ ਦੇ ਲਈ ਔਰ ਪ੍ਰੀਤ ਦੇ ਲਈ, ਕਿਉਂਕਿ ਉਹ ਵੀ ਹਸਪੀਟਲ ਆ। ਸੋ ਆਓ ਉਹਨਾਂ ਦੋਨਾਂ ਨੂੰ ਕੋਈ ਜਾਣਾ ਪ੍ਰਭੂ ਦੇ ਹੱਥਾਂ ਪ੍ਰਭੂ ਜੀ ਤੇਰਾ ਸ਼ੁਕਰ ਕਰਦੇ ਹਾਂ, ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਔਰ ਇਸ ਮੌਕੇ ਦੇ ਲਈ। ਪ੍ਰਭੂ ਤੇਰਾ ਸ਼ੁਕਰ ਕਰਦੇ ਹਾਂ, ਤੂੰ ਸਾਡਾ ਸੱਚਾ ਤੇ ਜਿਉਂਦਾ ਪਰਮੇਸ਼ਵਰ ਆ। ਦੁਆਵਾਂ ਨੂੰ ਸੱਚ ਸੁਣਨ ਵਾਲਾ ਪਿਤਾ ਮੇਰੇ ਪ੍ਰਭੂ ਜੀ, ਇਸ ਵੇਲੇ ਤੇਰੇ ਮੂਹਰੇ ਅਸੀਂ ਇਹ ਅਰਦਾਸ ਕਰਦੇ ਹਾਂ ਮੇਰੇ ਪ੍ਰਭੂ ਜੀ, ਬੇਨਤੀ ਕਰਦੇ ਹਾਂ ਜੋ ਵੀ ਸਾਡੇ ਭੈਣ ਭਰਾ ਪ੍ਰਭੂ ਜੀ, ਭੈਣ ਸੁਖਦੇਵ ਦੀ ਮਮ ਸਿਕਨੈਸ ਚੋਂ ਨਿਕਲ ਰਹੇ ਆ ਪ੍ਰਭੂ ਜੀ, ਮੈਂ ਉਹਨਾਂ ਨੂੰ ਤੇਰੇ ਹੱਥਾਂ 'ਚ ਦਿੰਦੀ ਹਾਂ ਪ੍ਰਭੂ ਜੀ। ਉਸਨੂੰ ਸੱਚਮੁੱਚ ਆਪਣੇ ਸ਼ਿਫਾ ਵਾਲੇ ਹੱਥ ਨਾਲ ਛੂ, ਆਰਾਮ ਦੇ। ਜੋ ਵੀ ਉਸਦੀ ਪ੍ਰੋਬਲਮ ਹੈ ਮੇਰੇ ਪ੍ਰਭੂ ਜੀ, ਤੂੰ ਸਾਡੇ ਨਾਲ ਵੱਧ ਕੇ ਜਾਣਦਾ, ਸਭ ਡਾਕਟਰਾਂ ਦਾ ਡਾਕਟਰ ਤੂੰ ਆ ਮੇਰੇ ਪ੍ਰਭੂ ਜੀ, ਤੇਰੇ ਹੱਥਾਂ 'ਚ ਦਿੰਦੇ ਹਾਂ। ਔਰ ਆਪਣੀ ਬੇਟੀ ਪ੍ਰੀਤ ਦੇ ਲਈ ਦੁਆ ਕਰਦੀ ਹਾਂ, ਪਾਸਟਰ ਬੇਦੀ ਦੀ ਬੇਟੀ ਦੇ ਲਈ ਮੇਰੇ ਪ੍ਰਭੂ ਜੀ, ਉਸ ਬੱਚੀ ਤੇ ਵੀ ਆਪਣਾ ਰਹਿਮ ਕਰ, ਕਿਰਪਾ ਕਰ। ਜੋ ਵੀ ਸਿਕਨੈਸ ਹੈ ਮੇਰੇ ਪ੍ਰਭੂ ਤੂੰ ਜਾਣਦਾ ਆ, ਇਹ ਮੇਰੇ ਪ੍ਰਭੂ ਜੀ ਡਾਕਟਰਾਂ ਨੂੰ ਸਮਝਦੇ, ਕਿਰਪਾ ਕਰ ਉਸ ਬੱਚੀ ਨੂੰ ਵੀ ਪ੍ਰਭੂ ਜੀ ਛੂ ਤੇ ਆਰਾਮ ਦੇ, ਔਰ ਮਾਂ ਬਾਪ ਨੂੰ ਵੀ ਤਸੱਲੀ ਦੇ ਮੇਰੇ ਪ੍ਰਭੂ ਜੀ, ਸ਼ਾਂਤੀ ਦੇ। ਇਸ ਵੇਲੇ ਆਪਣੇ ਸਭ ਭੈਣਾਂ ਭਰਾਵਾਂ ਲਈ ਪ੍ਰਭੂ ਜੀ ਤੇਰੀ ਹਜ਼ੂਰੀ ਮੰਗਦੀ ਹਾਂ, ਤੇਰਾ ਸ਼ੁਕਰ ਕਰਦੀ ਹਾਂ ਤੇਰੇ ਪਿਆਰ ਦੇ ਲਈ ਮੇਰੇ ਪ੍ਰਭੂ ਜੀ, ਤੇਰੇ ਰਹਿਮ ਦੇ ਲਈ ਮੇਰੇ ਪ੍ਰਭੂ ਜੀ, ਔਰ ਇਸ ਸਮੇਂ ਦੇ ਲਈ ਮੇਰੇ ਪ੍ਰਭੂ ਜੀ। ਸਾਡੇ ਭਰਾ ਪਾਸਟਰ ਹਰਿੰਦਰ ਤੇ ਵੀ ਪ੍ਰਭੂ ਜੀ ਕਿਰਪਾ ਕਰਨਾ, ਬਲੈਸ ਕਰਨਾ ਉਸਨੂੰ ਵੀ ਪ੍ਰਭੂ ਜੀ, ਜੋ ਸਾਡੇ ਲਈ ਵਚਨ ਤਿਆਰ ਕਰਕੇ ਲੈ ਕੇ ਆਂਦਾ ਆ, ਸਾਨੂੰ ਪ੍ਰਭੂ ਜੀ ਤੇਰੇ ਵਚਨ ਨਾਲ ਜੋੜਦਾ ਹੈ ਮੇਰੇ ਪ੍ਰਭੂ ਜੀ, ਰਹਿਮ ਕਰੀ ਔਰ ਸਾਡੇ ਸਭ ਤੇ ਵੀ ਆਪਣੀ ਕਿਰਪਾ ਦਇਆ ਬਣਾ ਕੇ ਰੱਖੀ। ਇਸ ਵੇਲੇ ਭਰਾ ਜਗਤਾਰ ਗਿੱਲ ਨੂੰ ਤੇ ਨੀਤੂ ਸਿਸਟਰ ਨੂੰ ਚੇਤੇ ਕਰਦੀ ਹਾਂ ਮੇਰੇ ਪ੍ਰਭੂ ਜੀ, ਜਿੱਥੇ ਵੀ ਹੈ ਜਿਸ ਵੀ ਹਾਲ 'ਚ ਹੈ ਪ੍ਰਭੂ ਜੀ, ਉਹਨਾਂ ਨੂੰ ਸੰਭਾਲਣਾ, ਉਹਨਾਂ ਤੇ ਵੀ ਆਪਣੀ ਕਿਰਪਾ ਕਰਨਾ। ਹੋਰ ਵੀ ਜੋ ਭੈਣ ਭਰਾ ਪ੍ਰਭੂ ਤੂੰ ਸਭ ਦੀਆਂ ਲੋੜਾਂ ਨੂੰ ਜਾਣਦਾ ਆ, ਤੇਰੇ ਹੱਥਾਂ 'ਚ ਦਿੰਦੇ ਹਾਂ ਮੇਰੇ ਪ੍ਰਭੂ ਜੀ, ਔਰ ਤੇਰਾ ਸ਼ੁਕਰ ਤੇ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਸਾਡੀਆਂ ਪ੍ਰਾਰਥਨਾ ਨੂੰ ਸੁਣਦਾ ਹੈ ਔਰ ਇਹ ਸਾਰਾ ਕੁਝ ਤੇਰਾ ਪਵਿੱਤਰ ਯਿਸੂ ਨਾਲ ਲੈ ਕੇ ਮੰਗਦੇ ਹਾਂ, ਤੁਸੀਂ ਸੁਣੋ ਤੇ ਕਬੂਲ ਕਰੋ, ਆਮੀਨ। ਪਿਆਰੇ ਪ੍ਰਭੂ, ਅੱਜ ਦਾ ਦਿਨ ਅਸੀਂ ਤੇਰੇ ਪਵਿੱਤਰ ਵਚਨ ਦੇ ਵਿੱਚੋਂ ਬਹੁਤ ਸਾਰੇ ਐਸੇ ਤਿਉਹਾਰ ਦੇਖੇ ਜੋ ਸਿਰਫ ਤੇ ਸਿਰਫ ਤੇਰੇ ਵਿੱਚ ਪੂਰੇ ਹੁੰਦੇ। ਪ੍ਰਭੂ ਜੀ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਇਹ ਬਾਈਬਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇਰੇ ਵਚਨ ਦੇ ਵਿੱਚ ਪ੍ਰਭੂ ਜੀ ਛੁਪੀ ਹੈ। ਤੇਰਾ ਵਚਨ ਜੋ ਤੂੰ ਪਿੱਛੇ ਦਿਖਾਇਆ ਪਰਛਾਵੇਂ ਸੀ, ਤੇਰੇ ਵਿੱਚ ਸੰਪੂਰਨਤਾ ਸੀ। ਇਹ ਸਾਰੇ ਤਿਉਹਾਰ ਪ੍ਰਭੂ ਜੀ ਅਸੀਂ ਮਨਾਉਂਦੇ, ਅੱਜ ਵੀ ਮਨਾਉਂਦੇ, ਪਰ ਇੱਕ ਵੱਖਰੇ ਤਰੀਕੇ ਨਾਲ ਮਨਾਉਂਦੇ। ਇਹਨਾਂ ਦੇ ਵਿੱਚ ਇੱਕ ਖੁਸ਼ੀ ਛੁਪੀ ਹੋਈ ਹੈ, ਇਹਨਾਂ ਦੇ ਵਿੱਚ ਪ੍ਰਭੂ ਜੀ ਸਾਡਾ ਬਚਾਓ, ਸਾਡੀ ਜ਼ਿੰਦਗੀ ਛੁਪੀ ਹੈ। ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ ਹਾਂ।
ਪਿਆਰੇ ਪ੍ਰਭੂ, ਤੇਰਾ ਵਚਨ ਇਸੇ ਤਰ੍ਹਾਂ ਹੀ ਸਾਨੂੰ ਅੰਦਰੋਂ ਬਾਹਰੋਂ ਧੋਂਦਾ ਰਹੇ, ਸਾਡੇ ਮਨ ਨੂੰ ਨਵਾਂ ਬਣਾਉਂਦਾ ਰਹੇ, ਔਰ ਅਸੀਂ ਪ੍ਰਭੂ ਜੀ ਤੇਰੇ ਵਚਨ ਤੋਂ ਤਾਕਤ ਪ੍ਰਾਪਤ ਕਰੀਏ, ਤੇਰੇ ਵਚਨ ਤੋਂ ਉਹ ਜਲ ਪ੍ਰਾਪਤ ਕਰੀਏ ਜਿਸ ਦੇ ਨਾਲ ਪ੍ਰਭੂ ਜੀ ਸਾਡੇ ਅੰਦਰੋਂ ਜੀਵਨ ਜਲ ਦੀਆਂ ਧਾਰਾਂ ਨਿਕਲਣ, ਜੋ ਸਭ ਤੋਂ ਪਹਿਲਾਂ ਸਾਨੂੰ ਸ਼ੁੱਧ ਕਰਨ, ਔਰ ਫਿਰ ਪ੍ਰਭੂ ਜੀ ਜਿੱਥੇ ਤੱਕ ਇਹ ਜਲ ਪਹੁੰਚੇ ਉਸ ਦੇ ਲਈ ਬਰਕਤ ਦਾ ਕਾਰਨ ਬਣੇ, ਪਿਆਸ ਬੁਝਾਉਣ, ਸਦੀਪਕ ਪਿਆਸ ਬੁਝਾਉਣ। ਇਸ ਵੇਲੇ ਨੂੰ ਪ੍ਰਭੂ ਜੀ ਅਸੀਂ ਤੇਰੀਆਂ ਹੱਥਾਂ 'ਚ ਦਿੰਦੇ ਹਾਂ, ਜਦੋਂ ਤੱਕ ਅਸੀਂ ਦੁਆਰਾ ਮਿਲੀਏ ਤੇਰੀ ਸੰਭਾਲ ਸਾਨੂੰ ਸਾਡੇ ਸਭ ਦੇ ਨਾਲ ਬਣੀ ਰਹੇ, ਤੇਰੀ ਹਜ਼ੂਰੀ ਦੇ ਵਿੱਚ ਅਸੀਂ ਇਸੇ ਤਰ੍ਹਾਂ ਵੱਧਦੇ ਰਹੀਏ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਸਭ ਕੁਝ ਮੰਗਦੇ ਹਾਂ ਔਰ ਧੰਨ ਪ੍ਰਾਪਤ ਹਨ। ਬਲੈਸ ਯੂ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ ਔਰ ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ। ਕੱਲ ਨੂੰ ਦੁਆਰਾ ਮਿਲਾਂਗੇ ਔਰ ਅਸੀਂ ਇਸ ਪੁਸਤਕ ਨੂੰ ਖਤਮ ਕਰਾਂਗੇ। ਇਸੇ